ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਕਬੀਰ ਸਾਧੂ ਸੰਗ ਪ੍ਰਾਪਤੀ, ਲਿਖਿਆ ਹੋਏ ਲਲਾਟ। ਮੁਕਤ ਪਦਾਰਥ ਪਾਈਏ, ਠਾਕ ਨਾਉ ਕਟ ਕਾਟ। ਕਬੀਰ ਏਕ ਕਰੀ ਆਦਿ ਕਰੀ, ਆਦਿ ਹੁੰਦੇ ਆਦ। ਭਗਤਨ ਸੇਤੀ ਗੋਸ਼ਟੇ, ਜੋ ਕੀਨੇ ਕੀਨੋ ਸੋ ਲਾਭ। कबीर साधु को मिलने जाइए, साथ न लीजे कोय। पाछे पाँव न दीजिए, आगे होए सो होए। वाहिगुरु जी का खालसा, वाहिगुरु जी की फतेह। गुरु रूपी गुरु सवारी साध संगत जी, ਅੱਜ ਆਪਾਂ ਐਮ ਇੱਕ ਵਿਸ਼ੇ ਤੇ ਗੱਲ ਕਰਨੀ ਹੈ, ਜਿਹੜੀ ਕਹਿ ਲੋ ਧਰਮ ਦੀ ਮੂਲ ਬੁਨਿਆਦ ਹੈ। ਜਿੱਥੋਂ ਬੰਦਾ ਧਰਮ ਨੂੰ ਸਮਝ ਸਕਦਾ ਹੈ, ਉਹਨੂੰ ਕਹਿੰਦੇ ਨੇ ਸਾਧ ਸੰਗਤ। ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਕਿ ਮੈਂ ਬੱਧੀ ਸੱਚ ਧਰਮਸਾਲ ਹੈ। ਮੈਂ ਇੱਕ ਸਾਧ ਸੰਗ ਇੱਕ ਬਣਾਈ ਆ, ਮੈਂ ਬੱਧੀ ਸੱਚ ਧਰਮਸਾਲ ਹੈ। ਤੇ ਗੁਰਸਿੱਖਾਂ ਲੈਂਦਾ ਪਾਲ ਕੇ, ਤੇ ਮੈਂ ਗੁਰਸਿੱਖਾਂ ਨੂੰ ਲੱਭ ਕੇ ਨਾ ਤੇ ਇੱਕ ਥਾਂ ਤੇ ਇਕੱਠਿਆਂ ਕਰਨਾ ਚਾਹੁੰਦਾ ਹੈ। ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਕਿਉਂਕਿ ਜਦੋਂ ਕੋਈ ਸੰਗਤ ਵਿੱਚ ਆਉਂਦਾ ਹੈ, ਫਿਰ ਇੱਥੇ ਆਣ ਕੇ ਬੜਾ ਕੁਝ ਸਿੱਖਣ ਨੂੰ ਮਿਲਦਾ ਹੈ। ਸਿਆਣੇ ਤੇ ਵੀ ਕਹਿੰਦੇ ਨੇ ਕਿ ਜਦੋਂ ਬੰਦਾ ਸੰਗਤ ਵਿੱਚ ਆਵੇ, ਇੱਕ ਭਾਵਨਾ ਦੇ ਨਾਲ ਆਵੇ ਵੀ ਮੈਂ ਸੰਗਤ ਨੂੰ ਕੁਝ ਸਿਖਾਉਣ ਨਹੀਂ ਚੱਲਿਆ, ਭਾਵੇਂ ਕੋਈ ਗੁਣੀ ਗਿਆਨੀ ਵੀ ਹੋਵੇ ਨਾ, ਤੇ ਸਿਆਣੇ ਤੇ ਕਹਿੰਦੇ ਨੇ ਵੀ ਉਹ ਵੀ ਇਸ ਭਾਵਨਾ ਦੇ ਨਾਲ ਆਵੇ ਵੀ ਅੱਜ ਮੈਂ ਵੇਖੋ ਸੰਗਤ ਵਿੱਚ ਚੱਲਿਆ, ਸੰਗਤ ਅੱਜ ਮੈਨੂੰ ਕੀ ਸਿਖਾਉਂਦੀ ਆ। ਕਿਉਂਕਿ ਸਤ ਸੰਗਤ ਸਤਿਗੁਰ ਸੱਚ ਚਟਸਾਲ ਹੈ, ਜਿੱਥੇ ਹਰ ਗੁਣ ਸਿਖਾ। ਵਿਦਿਆਰਥੀ ਕਦੀ ਸਕੂਲ ਵਿੱਚ ਸਿਖਾਉਣ ਨਹੀਂ ਜਾਂਦਾ, ਸਿੱਖਣ ਜਾਂਦਾ ਹੈ। ਹਾਲਾਂਕਿ ਸਕੂਲਾਂ ਦੇ ਬਾਹਰ ਲਿਖਿਆ ਵੀ ਹੁੰਦਾ ਕਿ ਸਿੱਖਣ ਲਈ ਆਓ ਤੇ ਸੇਵਾ ਲਈ ਜਾਓ। ਦੋ ਗੱਲਾਂ ਲਿਖੀਆਂ ਹੁੰਦੀਆਂ ਸਕੂਲ ਦੇ ਬਾਹਰ ਕਿ ਸਿੱਖਣ ਲਈ ਆਓ ਤੇ ਸੇਵਾ ਲਈ ਜਾਓ। ਕਿਉਂਕਿ ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਕਿਸੇ ਨੂੰ ਵਿਦਿਆ ਦਾਨ ਦੇਣੀ, ਅੱਖਰ ਸਿਖਾਉਣੇ, ਇਹ ਸਭ ਤੋਂ ਵੱਡਾ ਦਾਨ ਮੰਨਿਆ ਜਾਂਦਾ ਸੀ ਕਿਸੇ ਸਮੇਂ ਦੀ ਮੈਂ ਗੱਲ ਕਰ ਰਿਹਾ। ਕਿਸੇ ਨੂੰ ਰੋਟੀ ਦੇ ਦਿਓ, ਉਹ 4-5 ਘੰਟਿਆਂ ਬਾਅਦ ਉਹਨੂੰ ਫੇਰ ਭੁੱਖ ਲੱਗ ਜਾਏਗੀ। ਕਿਸੇ ਨੂੰ ਲੀੜਾ ਕੱਪੜਾ ਦੇ ਦਿਓ, ਉਹ ਪਾਟ ਜਾਏਗਾ। ਹਾਂਜੀ, ਕਿਸੇ ਨੂੰ ਪੈਸਾ ਦੇ ਦਿਓ, ਪੈਸਾ ਵੀ ਮੁੱਕ ਜਾਏਗਾ। ਪਰ ਕਿਸੇ ਨੂੰ ਵਿਦਿਆ ਦਾ ਦਾਨ ਦੇ ਦਿਓ, ਇਹ ਮੁੱਕਣਾ ਨਹੀਂਗਾ, ਇਹ ਵਧਣਾ ਹੀ ਵਧਦਾ ਹੀ ਜਾਣਾ, ਵਾਧਾ ਗਿਆਨ ਵਿੱਚ ਵਾਧਾ ਹੀ ਹੁੰਦਾ ਹੈ। ਇਸ ਕਰਕੇ ਜਿਹੜਾ ਗੁਰੂ ਨਾਨਕ ਸਾਹਿਬ ਨੇ ਧਰਮ ਚਲਾਇਆ ਨਾ, ਨਾਨਕ ਰਾਜ ਚਲਾਇਆ, ਸਤਕੋਟ ਸਤਾਣੀ ਨੀਮ ਦੇ।
ਗੁਰੂ ਨਾਨਕ ਸਾਹਿਬ ਨੇ ਆਖਿਆ ਵੀ ਜਿਨੇ ਧਰਮ ਕਮਾਉਣਾ ਹੈ ਨਾ, ਤੱਦੇ ਧਰਮ ਧਰੇ ਧਰਮਾਪੁਰ, ਗੁਣਕਾਰੀ ਮਨ ਧੀਰਾ, ਤੱਦੇ ਧੂੜ ਭਲੇ ਮੁਖ ਮਸਤਕ, ਕੰਚਨ ਪਏ ਮਨੂਰ। ਗੁਰੂ ਨਾਨਕ ਸਾਹਿਬ ਨੇ ਦੱਖਣੀ ਓਂਕਾਰ ਦੇ ਅੰਦਰ ਇੱਕ ਬਚਨ ਕੀਤਾ ਕਿ ਤੱਦੇ ਧਰਮ ਧਰੇ ਧਰਨਾ ਧਰਮਾਪੁਰ। ਬੰਦਿਆ ਤੂੰ ਧਰਮ ਕਮਾਉਣਾ ਚਾਹੁੰਦਾ ਹੈ, ਫਿਰ ਤੈਨੂੰ ਧਰਮ ਸਥਾਨ ਤੇ ਆਣ ਕੇ ਸੰਗਤ ਵਿੱਚ ਆਉਣਾ ਪੈਣਾ ਹੈ। ਧਰਮਾਪੁਰ, ਇਸ ਨੂੰ ਧਰਮਾਪੁਰੀ ਵੀ ਕਿਹਾ ਜਾਂਦਾ ਸੰਗਤ ਨੂੰ। ਤੱਦੇ ਧਰਮ ਧਰੇ ਧਰਨਾਪੁਰ, ਗੁਣਕਾਰੀ ਮਨ ਧੀਰਾ। ਸੰਗਤ ਵਿੱਚ ਬਹਿਣ ਵਾਲਾ ਬੰਦਾ ਬੜਾ ਗਿਆਨੀ ਹੁੰਦਾ ਹੈ। ਪੁਰਾਣੇ ਸਮੇਂ ਦੀ ਇੱਕ ਕਹਾਵਤ ਹੁੰਦੀ ਸੀ, ਮਾਂ ਬਚਨ ਕਰਦੇ ਹੁੰਦੇ ਸੀ ਕਿ ਜਿਹੜਾ ਦਰਬਾਰ ਸਾਹਿਬ ਦਾ ਮੰਜੀ ਹਾਲ ਹੈ, ਇਹ ਪੁਰਾਤਨ ਸਮੇਂ ਤੋਂ ਇੱਥੇ ਕਥਾ ਹੁੰਦੀ ਆਉਂਦੀ ਹੈ। ਤੇ ਸ਼ਹਿਰ ਦੇ ਜਿਹੜੇ ਬਜ਼ੁਰਗ ਮਾਈਆਂ ਨੇ, ਬਜ਼ੁਰਗ ਨੇ ਜਾਂ ਬਜ਼ੁਰਗ ਮਾਈਆਂ ਸ਼ਹਿਰ ਦੀਆਂ ਅੰਮ੍ਰਿਤਸਰ ਦੀਆਂ ਜਿਹੜੀਆਂ ਨੇ ਨਾ, ਉਹ ਮੰਜੀ ਹਾਲ ਤੋਂ ਕਥਾ ਸੁਣ ਸੁਣ ਕੇ ਬਹੁਤ ਵਿਦਵਾਨ ਹੋ ਚੁੱਕੀਆਂ। ਕਿਉਂਕਿ ਪੜ੍ਹਨ ਦੇ ਨਾਲ ਉਨੀ ਸਮਝ ਨਹੀਂ ਆਉਂਦੀ ਜਿੰਨੀ ਸੁਣਨ ਦੇ ਨਾਲ ਸਮਝ ਆਉਂਦੀ ਹੈ। ਇੱਕ ਹੋਰ ਗੱਲ ਹੈ ਕਿ ਜਿੰਨੀ ਬਾਣੀ ਸੁਣਨ ਦੇ ਨਾਲ ਕੰਠ ਹੁੰਦੀ ਆ, ਉਨੀ ਪੜ੍ਹਨ ਦੇ ਨਾਲ ਕੰਠ ਨਹੀਂ ਹੁੰਦੀ। ਉਹਨੂੰ ਕਈ ਕਹਿੰਦੇ ਬਾਬਾ ਤੁਹਾਨੂੰ ਬਾਣੀ ਬੜੀ ਯਾਦ, ਸ਼ਬਦ ਬੜੇ ਯਾਦ ਨੇ। ਮੈਂ ਕਿਹਾ ਬਸ ਸੁਣੀਦਾ ਹੀ ਹੈ, ਸੁਣਦਿਆਂ ਸੁਣਦਿਆਂ ਯਾਦ ਹੋ ਜਾਂਦੇ ਨੇ। ਤੇ ਮਰ ਕਹਿੰਦੇ ਗੁਣਕਾਰੀ ਮਨ ਧੀਰਾ। ਸੰਗਤ ਵਿੱਚ ਬਹਿਣਾ ਇੱਕ ਤੇ ਬੰਦਾ ਧੀਰਜਵਾਨ ਹੋ ਜਾਂਦਾ ਹੈ, ਇੱਕ ਬੰਦਾ ਗੁਣੀ ਗਿਆਨੀ ਹੋ ਜਾਂਦਾ ਹੈ। ਅਨਪੜ੍ਹ ਬੰਦੇ ਵੀ ਜਦੋਂ ਕਥਾ ਕਹਾਣੀਆਂ ਸੁਣਦੇ ਨੇ, ਹੁਣ ਤੇ ਚਲੋ ਇਹ ਕਥਾ ਕਹਾਣੀਆਂ ਵੀ ਸਾਡਾ ਇੱਕ ਧੰਦਾ ਹੀ ਬਣਿਆ ਹੋਇਆ ਹੈ। ਅਸੀਂ ਪੈਸਾ ਕਮਾਉਣਾ ਹੈ ਧੰਦਾ ਕਥਾ ਕਹਾਣੀਆਂ ਕਰਕੇ। ਇਹ ਧੰਦਾ ਨਹੀਂ ਸੀ ਕਥਾ ਕਰਨੀ, ਕੀਰਤਨ ਕਰਨਾ, ਇਹ ਤੇ ਧਰਮ ਸੀ। ਤੇ ਧਰਮ ਨੂੰ ਅਸੀਂ ਇੱਕ ਧੰਦਾ ਬਣਾ ਛੱਡਿਆ ਹੈ। ਮੈਂ ਤਾਂ ਅੱਗੇ ਵੀ ਕਹਿੰਦਾ ਹੁੰਦਾ, ਕਬੀਰ ਸਾਹਿਬ ਨੇ ਖੱਡੀ ਤੇ ਬਹਿ ਕੇ ਧਰਮ ਕਮਾਇਆ ਹੈ, ਅਸੀਂ ਹਾਰਮੋਨੀਏ ਤੇ ਬਹਿ ਕੇ ਵੀ ਪੈਸਾ ਕਮਾਇਆ। ਇੰਨਾ ਫਰਕ ਹੁੰਦਾ ਹੈ ਧਰਮੀ ਤੇ ਅਧਰਮੀ ਬੰਦੇ ਦੇ ਵਿੱਚ। ਗੁਰੂ ਨਾਨਕ ਸਾਹਿਬ ਕਹਿੰਦੇ ਜੇ ਤੂੰ ਧਰਮ ਕਮਾਉਣਾ ਹੈ ਤੇ ਤੈਨੂੰ ਧਰਮਾਪੁਰੀ ਵਿੱਚ ਆਉਣਾ ਪੈਣਾ ਹੈ। ਇਹ ਤਾਂ ਸਿੱਧੀ ਜੀ ਗੱਲ ਹੈ ਵੀ ਜੇ ਤੁਸੀਂ ਲੋਹੇ ਦਾ ਮਾਲ ਲੈਣਾ ਤਾਂ ਫਿਰ ਤੁਹਾਨੂੰ ਲੋਹੇ ਦੀ ਮੰਡੀ 'ਚ ਜਾਣਾ ਪੈਣਾ ਹੈ। ਤੇ ਜੇ ਤੁਸੀਂ ਕੋਈ ਲੀੜਾ ਕੱਪੜਾ ਖਰੀਦਣਾ ਫਿਰ ਤੁਹਾਨੂੰ ਲੀੜੇ ਕੱਪੜੇ ਦੀ ਦੁਕਾਨ ਤੇ ਜਾਣਾ ਪੈਣਾ। ਕੋਈ ਰੋਗ ਆ ਤੇ ਤੁਹਾਨੂੰ ਕਿਸੇ ਡਾਕਟਰ ਹਸਪਤਾਲ 'ਚ ਜਾਣਾ ਪੈਣਾ ਹੈ। ਜੇ ਤੁਸੀਂ ਕੋਈ ਵਿਦਿਆ ਪੜ੍ਹਨੀ ਹੈ ਤਾਂ ਫਿਰ ਤੁਹਾਨੂੰ ਸਕੂਲ 'ਚ ਜਾਣਾ ਪੈਣਾ। ਜੇ ਤੁਸੀਂ ਧਰਮ ਕਮਾਉਣਾ ਤਾਂ ਫਿਰ ਤੁਹਾਨੂੰ ਧਰਮਸ਼ਾਲਾ ਵਿੱਚ ਆਉਣਾ ਪੈਣਾ ਹੈ। ਇਹਨੂੰ ਧਰਮਪੁਰੀ ਵੀ ਕਹਿੰਦੇ ਸਨ। ਇੱਥੇ ਕੀ ਹੋਣਾ ਹੈ? ਤੱਦੇ ਧਰਮ ਧਰੇ ਧਰਨਾਪੁਰ, ਗੁਣਕਾਰੀ ਮਨ ਧੀਰਾ। ਇੱਕ ਤੇ ਤੂੰ ਗੁਣੀ ਬਣ ਜਾਏਗਾ, ਸੰਗਤ 'ਚ ਬਹਿ ਬਹਿ ਕੇ ਨਾ ਤੂੰ ਗੁਣੀ ਗਿਆਨੀ ਬਣ ਜਾਏਗਾ। ਇੱਕ ਤੇਰਾ ਮਨ ਧੀਰਜਵਾਨ ਹੋ ਜਾਏਗਾ। ਤੇ ਦੂਸਰਾ ਤੱਦੇ ਧੂੜ ਭਰੇ ਮੁਖ ਮਸਤਕ। ਸੰਗਤ ਵਿੱਚ ਬੜੇ ਬੜੇ ਰੱਬ ਦੇ ਪਿਆਰੇ ਆਉਂਦੇ ਨੇ, ਰੱਬ ਦੇ ਪਿਆਰੇ ਬੈਠੇ ਹੁੰਦੇ ਨੇ, ਉਹਦੇ ਬੈਠੇ ਹੁੰਦੇ ਨੇ, ਇਉਂ ਕਹਿ ਲਓ ਫਿਰ ਉਹਦੇ ਬੈਠੇ ਹੁੰਦੇ ਨੇ। ਤਾਈਓ ਤੇ ਬਾਣੀ ਕਹਿੰਦੀ ਵੀ ਤੇਰੇ ਕੋ ਉਹਦਾ ਨਹੀਂ ਹੋਇਆ ਜਾਣਾ, ਰੱਬ ਦਾ ਮੁਸ਼ਕਲ ਹੈ। ਤੇ ਤੂੰ ਉਹਦਿਆਂ ਦਾ ਬਣ ਜਾ। ਜਨ ਨਾਨਕ ਦਾਸਨ ਦਾਸ ਕਹਿਤ ਹੈ। ਤੇਰੇ ਕੋ ਰੱਬ ਦਾ ਦਾਸ ਨਹੀਂ ਬਣਿਆ ਜਾਣਾ, ਤੂੰ ਰੱਬ ਦੇ ਦਾਸਾਂ ਦਾ ਦਾਸ ਹੋ ਜਾ। ਉਹ ਲੱਗਣੀ
ਤੂੰ ਉਹਦਿਆਂ ਦਾ ਹੋ ਜਾ, ਤੇਰੇ ਕੋਲ ਉਹਦਾ ਹੋਇਆ ਨਹੀਂ ਜਾਣਾ, ਤੂੰ ਉਹਦਿਆਂ ਦਾ ਹੋ ਜਾ, ਇਹਦੇ ਨਾਲ ਸਰ ਜਾਣਾ ਤੇਰਾ। ਤੇ ਮਹਾਰਾਜ ਕਹਿੰਦੇ ਆ ਕਿ ਧੱਦੇ ਧੂੜ ਪਰੇ ਮੁਖ ਮਸਤਕ ਕੰਚਨ ਪਏ ਮਨੂਰਾ। ਜਿਹੜਾ ਸੰਗਤ ਵਿੱਚ ਰੱਬ ਦੇ ਪਿਆਰੇ ਆਉਂਦੇ ਨੇ, ਉਹਨਾਂ ਦੇ ਚਰਨਾਂ ਦੀ ਧੂੜ ਜਦੋਂ ਤੇਰੇ ਮੱਥੇ ਉੱਤੇ ਲੱਗ ਗਈ ਨਾ, ਤੇ ਤੂੰ ਮਨੂਰ ਹੋ ਚੁੱਕਾ ਹੈ। ਕੰਚਨ ਪਏ ਮਨੂਰਾ, ਤੂੰ ਮਨੂਰ ਹੋ ਚੁੱਕਾ ਹੈ। ਤੇ ਮਨੂਰ ਤੋਂ ਬਾਅਦ ਫਿਰ ਤੂੰ ਕੰਚਨ ਹੋ ਜਾਏਗਾ, ਸੁੱਧ ਹੋ ਜਾਏਗਾ, ਸੋਨਾ ਬਣ ਜਾਏਗਾ। ਧੰਦੇ ਧਾਵਤ ਮਨ ਪਿਆ ਮਨੂਰਾ, ਮਨ ਮਨੂਰ ਹੋ ਗਿਆ। ਮਨੂਰ ਮੈਨੇ ਗਲ ਗਿਆ, ਸੜ ਗਿਆ, ਹਰ ਬਿਸਰ ਤੇਰੇ ਗੁਣ ਗਲਿਆ। ਧੰਦੇ ਧਾਵਤ ਮਨ ਪਿਆ ਮਨੂਰਾ, ਫਿਰ ਹੋਵੇ ਕੰਚਨ ਭੇਟੇ ਗੁਰਪੂਰਾ। ਤੇ ਮਹਾਰਾਜ ਕਹਿੰਦੇ ਤੂੰ ਇਸ ਸੰਗਤ ਵਿੱਚ ਆ, ਇੱਥੇ ਬੜੇ ਬੜੇ ਰੱਬ ਦੇ ਪਿਆਰੇ ਆਉਂਦੇ ਨੇ ਸੰਗਤ ਵਿੱਚ, ਤੇ ਉਹਨਾਂ ਦੀ ਚਰਨ ਧੂੜ, ਉਹਨਾਂ ਦੀ ਦ੍ਰਿਸ਼ਟੀ ਜਦੋਂ ਤੇਰੇ ਤੇ ਪਊਗੀ ਨਾ, ਤੇ ਤੂੰ ਕੰਚਨ ਪਏ ਮਨੂਰਾ, ਤੂੰ ਚੋਰ ਤੋਂ ਸਾਧ ਬਣ ਜਾਏਗਾ, ਤੂੰ ਲੋਭੀ ਤੋਂ ਸੰਤੋਖੀ ਹੋ ਜਾਏਗਾ। ਤੂੰ ਇਸ ਸੰਗਤ ਵਿੱਚ ਆ ਕੇ ਬਹਿ ਤਾਂ ਸਹੀ। ਬਸ ਦੁਨੀਆ ਸੰਗਤ ਵਿੱਚ ਨਹੀਂ ਨਾ ਆਉਂਦੀ, ਸਭ ਕੁਝ ਤਾਂ ਸੰਗਤ ਵਿੱਚੋਂ ਗੁਣ ਪ੍ਰਾਪਤ ਹੋਣੇ ਨੇ, ਤੇ ਇਹ ਸੰਗਤ ਵਿੱਚ ਬਹਿੰਦਾ ਕੋਈ ਨਹੀਂ ਹੈ। ਤੇ ਮਹਾਰਾਜ ਕਹਿੰਦੇ ਧੱਦੇ ਧੂੜ ਪਲੇ ਮੁਖ ਮਸਤਕ ਕੰਚਨ ਪਏ ਮਨੂਰਾ, ਤੂੰ ਲੋਭੀ ਤੋਂ ਸੰਤੋਖੀ ਹੋ ਜਾਏਗਾ, ਤੂੰ ਚੋਰ ਤੋਂ ਸੱਜਣ ਬਣ ਜਾਵੇਂਗਾ। ਇਹ ਸੰਗਤ ਦੀ ਵਡਿਆਈ ਹੈ। ਕੰਚਨ ਧਾਂਤ ਪਰਸ सतसंगत की वड्याई, पारस पेट कंचन तांत होई है। सतसंग पारस पेट कंचन तांत होई है, सतसंगत की वड्याई। मरन इथों तक भी किया कि जो जो मिले साधु जन संगत, ਕੱਠ ਨੂੰ ਨਹੀਂ ਸੰਗਤ ਕਹਿੰਦੇ, ਉਹਦੇ ਵਿੱਚ ਕੋਈ ਸਾਧੂ ਬੈਠਾ ਹੋਵੇ ਉਹਨੂੰ ਸਾਧ ਸੰਗਤ ਕਹਿੰਦੇ ਆ। ਕੱਠ ਤੇ ਮਦਾਰੀਆਂ ਦੇ ਦੁਆਲੇ ਬੜਾ ਹੋ ਜਾਂਦਾ ਹੈ, ਕੱਠ ਤੇ ਵੇਸਵਾ ਦੁਆਰੇ ਵੀ ਬੜਾ ਹੋ ਜਾਂਦਾ ਹੈ, ਨੱਚਣ ਵਾਲੀਆਂ ਵਾਲ ਕੋ ਤੇ ਕੱਠ ਬਹੁਤਾ ਹੁੰਦਾ ਹੈ। ਜਿਹਦੇ ਵਿੱਚ ਕੋਈ ਸਾਧੂ ਬੈਠਾ ਹੋਵੇ ਉਹਨੂੰ ਸਾਧ ਸੰਗਤ ਕਹਿੰਦੇ ਆ। ਤੇ ਮਰ ਕਹਿੰਦੇ ਜੋ ਜੋ ਮਿਲੇ ਸਾਧੂ ਜਨ ਸੰਗਤ, ਤਨ ਤੰਨਾ ਜੱਟ ਸੈਣ ਮਿਲਿਆ ਹਰ ਦਈਆ। ਤੰਨੇ ਜੱਟ ਨੂੰ ਸਾਧ ਸੰਗਤ ਹੋ ਗਈ। ਇਹ ਵੱਖਰੀ ਗੱਲ ਹੈ, ਲੋਕੀ ਕਹਿੰਦੇ ਨੇ ਪੱਥਰਾਂ ਤੋਂ ਪਾਇਆ, ਕਿਤੇ ਫੇਰ ਵਿਸ਼ਾ ਰੱਖਾਂਗੇ। ਤੋ ਮਹਾਰਾਜ ਕਹਿੰਦੇ ਆ ਵੀ ਇਹ ਸੰਗਤ ਦੇ ਵਿੱਚ ਬੜੀਆਂ ਵੱਡੀਆਂ ਬਰਕਤਾਂ ਹੁੰਦੀਆਂ ਨੇ। ਹੁਣ ਸਾਡਾ ਵਿਸ਼ਾ ਆਇਆ ਵੀ ਸੰਗਤ 'ਚ ਆਉਣ ਦਾ ਤੇ ਸੰਗਤ 'ਚ ਬਹਿਣ ਦਾ ਕਿਹੜਾ ਤਰੀਕਾ ਵਾ। ਜੇ ਤੇ ਅਸੀਂ ਉਸ ਤਰੀਕੇ ਨਾਲ ਆਵਾਂਗੇ ਜਿਹੜੇ ਮਹਾਂਪੁਰਖਾਂ ਨੇ ਤੱਤ ਕੱਢ ਕੇ ਸਾਡੇ ਸਾਹਮਣੇ ਰੱਖੇ ਹੁੰਦੇ ਨੇ, ਇੱਕ ਸੰਗਤ ਵਿੱਚ ਕਿਸ ਤਰ੍ਹਾਂ ਆਉਣਾ ਤੁਸੀਂ, ਫਿਰ ਤੇ ਆਉਣ ਦਾ ਪੂਰਾ ਪੂਰਾ ਲਾਭ ਹੋਏਗਾ। ਤੇ ਨਹੀਂ ਫਿਰ ਉਸ ਨੂੰ ਸੁੱਖ ਨਾ ਉਪਜੇ, ਭਾਵੇਂ 100 ਗੇੜਾ ਆਓ ਜਾਓ। ਅੰਤਰ ਪ੍ਰਤੀਤ ਨ ਆਈਆ ਸ਼ਬਦ ਨ ਲਾਗੋ ਭਾਓ, ਉਸ ਨੂੰ ਸੁੱਖ ਨਾ ਉਪਜੇ, ਭਾਵੇਂ 100 ਗੇੜਾ ਆਓ ਜਾਓ। ਤੇ ਲਓ ਮਹਾਰਾਜ ਕਹਿੰਦੇ ਵੀ ਕਿਸੇ ਵਿਦਵਾਨ ਨੇ ਲਿਖਿਆ ਵੀ ਜਦੋਂ ਤੁਸੀਂ ਸੰਗਤ ਵਿੱਚ ਆਉਣਾ ਨਾ, ਤੇ ਕਿਸ ਤਰੀਕੇ ਦੇ ਨਾਲ ਆਉਣਾ ਹੈ। ਕਬੀਰ ਸਾਹਿਬ ਨੇ ਇੱਕ ਗੱਲ ਕਹੀ ਹੈ, ਕਬੀਰ ਸਾਧੂ ਕੋ ਮਿਲਣੇ ਜਾਈਏ। ਜਦੋਂ ਸੰਗਤ ਵਿੱਚ ਆਉਣਾ ਹੈ ਤੇ ਸਾਥ ਨਾ ਲੀਜੇ ਕੋਈ ਸੰਗੀ ਸਾਥੀ ਨਾ ਢੂੰਡਦੇ ਫਿਰਿਓ।
ਜਾਂ ਆਪਣੇ ਬੱਚਿਆਂ ਨੂੰ ਲੈ ਕੇ ਨਾਲ ਆ ਜਾਓ ਤੇ ਇੱਥੇ ਸੰਗਤ ਦੇ ਵਿੱਚ ਆਣ ਕੇ ਤੁਸੀਂ ਬੱਚਿਆਂ ਨਾਲ ਖੇਡਦੇ ਰਹੋ ਜੀ। ਨਹੀਂ ਨਹੀਂ ਨਹੀਂ। ਤੇ ਪਾਸੇ ਪਾਓ ਨਾ ਦੀਜੀਏ, ਆਗੇ ਹੋਏ ਸੋ ਹੋਏ। ਸੰਗਤ ਵਿੱਚ ਆਉਣ ਲੱਗਿਆਂ ਦੇਰੀ ਨਹੀਂ ਕਰਨੀ, ਛੇਤੀ ਛੇਤੀ ਸੰਗਤ ਵਿੱਚ ਆ ਜਾਓ ਤੁਸੀਂ। ਤੇ ਹੁਣ ਤਾਂ ਕਹਿੰਦੇ ਵੀ ਸੰਗਤ ਵਿੱਚ ਜਾਣਾ ਹੀ ਉਦੋਂ ਗੁਰਦੁਆਰੇ ਜਦੋਂ ਭਾਈ ਜੀ ਕੜਾਹ ਵਰਤਾਉਣ ਲੱਗੇ। ਸੰਗਰਾਂਦ ਤੇ ਇਹੋ ਤਾਂ ਕੁਛ ਹੁੰਦਾ ਹੈ ਵੀ ਕੜਾਹ ਜਦੋਂ ਬਣਨਾ ਹੈ, ਜਦੋਂ ਵਰਤਾਉਣਾ ਹੈ, ਉਦੋਂ ਸੰਗਤ ਆ ਜਾਂਦੀ ਤੇ ਕੜਾਹ ਲੈ ਕੇ ਘਰਾਂ ਨੂੰ ਤੁਰ ਜਾਂਦੀ ਹੈ। ਨਹੀਂ 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 ਨਹੀਂ, ਇਹ ਗੁਰਦੁਆਰਾ ਕੋਈ ਕੜਾਹ ਖਾਣ ਵਾਸਤੇ ਨਹੀਂ ਸੀ ਬਣਿਆ। ਇਹ ਗੁਰਦੁਆਰਾ ਧਰਮ ਕਮਾਉਣ ਵਾਸਤੇ ਸੀ। ਗੁਰਦੁਆਰਾ ਬਹਿਣ ਵਾਸਤੇ ਬਣਿਆ ਸੀ। ਮੈਂ ਬੱਧੀ ਸੱਚ ਧਰਮਸਾਲਾ, ਗੁਰਸਿੱਖਾ ਲੈਂਦਾ ਭਾਲ ਕੇ। ਪਰ ਗੁਰਦੁਆਰਾ ਹੁਣ ਸੰਗਰਾਂਦ ਤੇ ਕੜਾਹ ਖਾਣ ਵਾਸਤੇ ਰਹਿ ਗਿਆ, ਬਸ ਕੋਈ ਬਹਿੰਦਾ ਹੀ ਨਹੀਂ ਹੁਣ। ਆਹ ਜਿਹੜੇ ਅਸੀਂ ਵੱਡੇ ਵੱਡੇ ਸਮਾਗਮ ਕਰਾਉਂਦੇ, ਸਾਡੇ ਕਈ ਪਿੰਡਾਂ ਵਾਲੇ ਮੁੰਡੇ ਨੌਜਵਾਨ ਲੱਖਾਂ ਰੁਪਈਆ ਖਰਚ ਦਿੰਦੇ ਨੇ ਸਮਾਗਮਾਂ ਤੇ ਬਸ ਲੋਕੀ ਲੰਗਰ ਪਾਣੀ ਛਕ ਛਕਾ ਕੇ ਜਲੇਬ ਪਕੌੜੇ ਖਾ ਕੇ ਬਾਹਰੋਂ ਬਾਹਰ ਮੁੜ ਜਾਂਦੇ ਨੇ। ਨਹੀਂ ਨਹੀਂ, ਉਹ ਵਿਦਵਾਨ ਲਿਖਦੇ ਨੇ ਵੀ ਸੰਗਤ ਵਿੱਚ ਕਿਸ ਤਰੀਕੇ ਦੇ ਨਾਲ ਆਉਣਾ ਤੇ ਸੰਗਤ ਵਿੱਚ ਬਹਿਣਾ ਕਿਸ ਤਰੀਕੇ ਦੇ ਨਾਲ। ਲਓ ਸੁਣੋ ਤਰੀਕਾ ਸੰਗਤ ਵਿੱਚ ਆਉਣ ਦਾ। ਅੰਨ ਪਾਣੀ ਕੋ ਬੰਦੇਜ ਕੀਜੇ। ਜਦੋਂ ਸੰਗਤ ਵਿੱਚ ਆਉਣਾ ਤੇ ਰੋਟੀ ਖਾ ਕੇ ਨਹੀਂ ਆਉਣਾ। ਇੱਥੇ ਤੇ ਜਿੱਥੇ ਸਮਾਗਮ ਹੋਏ ਤੇ ਸਮਾਗਮ ਦੇ ਬੂਹੇ ਲਾਗੇ, ਬਾਹਰਲੇ ਬੂਹੇ ਲਾਗੇ ਲੰਗਰ ਰੱਖਿਆ ਹੁੰਦਾ ਨਾ ਲੋਕਾਂ ਨੇ। ਇਹਨਾਂ ਲੋਕਾਂ ਨੂੰ ਲੰਗਰ ਛਕਾਉਣ ਵਾਸਤੇ ਇਕੱਠਿਆਂ ਕੀਤਾ ਜੇ ਤੁਸੀਂ ਲੱਖਾਂ ਰੁਪਈਆ ਲਾ ਕੇ। ਜੇ ਲੰਗਰ ਹੀ ਖਾਣਾ ਤੇ ਲੰਗਰ ਤੇ ਘਰ 'ਚ ਬੈਠੇ ਖਾ ਸਕਦੇ ਸੀ ਕਿ ਇੱਥੇ ਸੰਗਤ ਵਿੱਚ ਵੀ ਲੰਗਰ ਖਾਣ ਆਉਣਾ ਹੈ। ਉਹ ਵਿਦਵਾਨ ਲਿਖਦੇ ਨੇ ਅੰਨ ਪਾਣੀ ਕੋ ਬੰਦੇਜ ਕੀਜੇ। ਸੰਗਤ ਵਿੱਚ ਆਉਣ ਲੱਗਿਆਂ ਰੋਟੀ ਖਾ ਕੇ ਨਹੀਂ ਸੰਗਤ ਵਿੱਚ ਆਉਣਾ। ਤੇ ਰੋਟੀ ਦੀ ਵੱਡੀ ਗੱਲ ਛੱਡੋ, ਪਾਣੀ ਪੀ ਕੇ ਨਹੀਂ ਸੰਗਤ ਵਿੱਚ ਆਉਣਾ। ਇੱਥੇ ਮੈਂ ਕਿਹੜੀ ਸਿਆਲ 'ਚ ਕਿਤੇ ਗਿਆ ਕਥਾ ਕਰਨ ਗੁਰਦੁਆਰੇ, ਤੇ ਗੁਰਦੁਆਰੇ ਦੇ ਬੂਹੇ ਬਾਹਰ ਸਿਆਲ ਧੁੰਦ ਪਈ ਤੇ ਲੱਸੀ ਵਰਤਾਉਂਦਾ ਹੈ। ਮੈਂ ਕਿਹਾ ਵੇ ਕੀ ਇਹ ਬਾਬਾ ਜੀ ਦੀ ਮਰਜ਼ਾਦਾ, ਉਹ ਬਾਬੇ ਦੇ ਸਿਰ 'ਚ ਪਾਓ ਲੱਸੀ ਜਾ ਕੇ, ਜਿਹਨੇ ਮਰਜ਼ਾਦਾ ਤੋਰੀ ਹੈ ਕਿ ਇੱਥੇ ਸਿਆਲ ਵਿੱਚ ਲੱਸੀ ਲੋਕਾਂ ਨੂੰ ਪਿਆਉਂਦੇ ਤੁਸੀਂ। ਇਹ ਲੱਸੀ ਦਾ ਬਾਟਾ ਹੈ, ਬਾਬੇ ਦੇ ਸਿਰ 'ਚ ਪਾਓ ਜਾ ਕੇ ਲੱਸੀ, ਜਿਹਨੇ ਮਰਜ਼ਾਦਾ ਤੋਰੀ ਹੈ। ਇਹ ਸੰਗਤ ਵਾ, ਸੰਗਤ 'ਚ ਬਹਿਣਾ ਕਿ ਇੱਥੇ ਬਾਟੇ ਦੇ ਲੱਸੀ ਦੇ ਬਾਟੇ ਵਰਤਾਉਣੇ ਤੋਂ ਸੰਗਤ ਵਿੱਚ ਹੀ। ਫੇਰ ਧੁੰਦ ਪਈ ਹੋਈ ਹੈ, ਸਿਆਲ ਵਾ ਉਤੋਂ। ਇਹ ਪੁੱਠੀਆਂ ਗੱਲਾਂ ਪਤਾ ਨਹੀਂ ਕਿੱਥੋਂ ਲੋਕੀ ਸਿੱਖ ਆਉਂਦੇ ਨੇ। ਬੜੀ ਹੈਰਾਨਗੀ ਗੱਲ ਹੁੰਦੀ ਹੈ, ਇਹ ਗੁਰਦੁਆਰੇ ਕਿਉਂ ਫੇਲ ਹੋ ਗਏ ਨੇ। ਇੱਥੇ ਗੁਰੂ ਦੀ ਕੋਈ ਮਰਜ਼ਾਦਾ ਇਹਨਾਂ ਲੋਕਾਂ ਨੇ ਲਾਗੂ ਨਹੀਂ ਹੋਣ ਦਿੱਤੀ। ਸਾਡੇ ਬਾਬੇ ਦੀ ਮਰਜ਼ਾਦਾ ਹੈ ਲੱਸੀ ਦਾ ਬਾਟਾ ਛਕਦੇ। ਉਹ ਬਾਬੇ ਨੂੰ ਤਾਂ ਗਰਮੀ ਹੋਈ ਹੋਊਗੀ, ਕੋਈ ਮਲੇਰੀਆ ਸ਼ਲੇਰੀਆ ਹੋਇਆ ਹੋਊਗਾ ਤਾਂ ਪੀਂਦਾ, ਤੇ ਤੁਸੀਂ ਸਿਆਲ 'ਚ ਹੀ ਲੋਕਾਂ ਨੂੰ ਲੱਸੀ ਪਿਆਈ ਜਾਂਦੇ। ਨਹੀਂ ਨਹੀਂ ਨਹੀਂ, ਅੰਨ ਪਾਣੀ ਕੋ ਬੰਦੇਜ ਕੀਜੇ। ਜਦੋਂ ਸੰਗਤ ਵਿੱਚ ਆਉਣਾ ਰੋਟੀ ਖਾ ਕੇ ਨਹੀਂ ਆਉਣਾ, ਪਾਣੀ ਪੀ ਕੇ ਵੀ ਨਹੀਂ ਆਉਣਾ। ਕਿਉਂਕਿ ਰੋਟੀ ਖਾ ਕੇ ਆ ਗਏ ਨਾ ਤੇ ਫਿਰ ਬੈਠਾ ਨਹੀਂ ਜਾਣਾ। ਤੇ ਜੇ ਕੋਈ ਬਹਿ ਵੀ ਗਿਆ ਧੱਕੇ ਨਾ, ਤੇ ਰੋਟੀ ਦਾ ਇੱਕ ਹੁੰਦਾ ਮਤਲਬ, ਉਹ ਰੋਟੀ ਜਿਹੜੀ ਸਾਡੀ ਬੁੱਧੀ ਨੂੰ ਕਾਬੂ ਕਰ ਲੈਂਦੀ ਆ ਤੇ ਬੁੱਧੀ ਨੂੰ ਨੀਂਦ ਆ ਜਾਂਦੀ। ਫਿਰ ਸਾਡੀ ਜਿਹੜੇ ਕਹਿੰਦੇ ਨੇ ਬਾਬਾ ਜੀ ਸੰਗਤ 'ਚ ਚਾਹੀਦਾ, ਨੀਂਦ ਬੜੀ ਆਉਂਦੀ ਆ, ਤੇ ਲੰਗਰ ਹੋਰ ਖਾ ਕੇ ਆਇਆ ਕਰੋ, ਨੀਂਦ ਆਉਂਦੀ ਆ। ਤੇ ਪਰੌਂਠੇ ਖਾ ਕੇ ਆਇਆ ਕਰੋ ਸੰਗਤ ਵਿੱਚ, ਜੇ ਨੀਂਦ ਆਉਂਦੀ ਆ ਨਾ, ਹੋਰ 5-7 ਪਰੌਂਠੇ ਮੋਟੇ ਮੋਟੇ, ਛੋਟੇ ਨਹੀਂ ਮੋਟੇ ਮੋਟੇ ਖਾ ਕੇ ਆਇਆ ਕਰੋ ਲੰਗਰ। ਮੈਂ ਨਹੀਂ ਨਹੀਂ ਨਹੀਂ, ਇਹ ਤਰੀਕਾ ਨਹੀਂ ਆ ਸੰਗਤ ਵਿੱਚ ਆਉਣ ਦਾ। ਅੰਨ ਪਾਣੀ ਕੋ ਬੰਦੇਜ ਕੀਜੇ। ਸੰਗਤ ਵਿੱਚ ਆਉਣਾ ਰੋਟੀ ਖਾ ਕੇ ਨਹੀਂ ਆਉਣਾ। ਜੇ ਸੰਗਤ ਵਿੱਚ ਆਉਣਾ ਤੇ ਪਾਣੀ ਪੀ ਕੇ ਨਹੀਂ ਆਉਣਾ।
ਤੇ ਜਿੱਥੇ 2 ਘੰਟੇ ਕੋਈ ਸੰਤ ਸਮਾਗਮ ਕੋਈ ਪ੍ਰੋਗਰਾਮ ਕਰਨਾ ਹੁੰਦਾ ਪਿੰਡ ਵਾਲਿਆਂ ਨੇ, ਛਬੀਲਾਂ ਲਾਈਆਂ ਹੁੰਦੀਆਂ, ਲੰਗਰ ਪਕਾ ਕੇ ਬੈਠੇ ਹੁੰਦੇ ਆ ਲੋਕੀ, ਉੱਥੇ ਹੀ ਛਕੀ ਛਕਾਈ ਜਾਂਦੇ ਆ ਤੇ ਸਤਨਾਮ ਪਰਾਂ ਨੂੰ ਮੁੜ ਜਾਂਦੇ, ਛਕ ਛਕਾ ਕੇ ਅੰਦਰ ਵੜਦਾ ਹੀ ਕੋਈ ਨਹੀਂ ਪੰਡਾਲ ਦੇ। ਇੱਥੋਂ ਸਾਡਾ ਸਿਸਟਮ ਫੇਲ ਹੋ ਗਿਆ ਹੈ, ਇੱਥੋਂ ਸਿਸਟਮ ਫੇਲ ਹੋਇਆ ਹੈ। ਉਹ ਵੇਖ ਲਓ ਅਨਮਤੀ ਜਦੋਂ ਸਤਸੰਗ ਕਰਦੇ ਆ, ਦੁਕਾਨਾਂ ਵੀ ਬੰਦ ਕਰਾ ਦਿੰਦੇ, ਕੰਟੀਨਾਂ ਵੀ ਬੰਦ ਕਰਾ ਦਿੰਦੇ, ਸਭ ਕੁਝ ਬੰਦ, ਬਹਿ ਜਾਓ 1 ਘੰਟਾ ਬਹੋ। ਤੇ ਜਦੋਂ ਤੁਸੀਂ ਬਹਿ ਕੇ ਤੇ ਐ ਆਪੇ ਚਿੱਤ ਸ਼ਾਂਤ ਹੋ ਜਾਣਾ। ਤੇ ਉੱਥੇ ਕੋਈ ਇੱਕ ਵਾਰੀ ਮੈਂ ਕਿ ਪ੍ਰੋਗਰਾਮ ਤੇ ਗਿਆ ਤੇ ਮੈਂ ਕਥਾ ਜੇ ਆਰਾਮ ਵੀ ਕਰਨ ਲੱਗਾ ਤੇ ਉਹ ਪਕੌੜਿਆਂ ਦੀਆਂ ਝੋਲੀਆਂ ਭਰੀਆਂ ਤੇ ਭੱਜੇ ਆਉਣ ਸੰਗਤ ਵਿੱਚ ਹੀ ਵਰਤਾਉਣ ਵਾਸਤੇ। ਮੈਂ ਮਾਰਿਆ ਦਬਕਾ, ਮੈਂ ਕਿਹਾ ਇਹ ਕੀ ਹੈ, ਇਹ ਸੰਗਤ ਵਾ ਕਿ ਪੰਗਤ ਵਾ? ਮੈਂ ਤੁਸੀਂ ਖਾਓ ਪਕੌੜੇ ਤੇ ਮੈਂ ਕਰਾਂ ਕਥਾ। ਮੈਨੂੰ ਪਕੌੜੇ ਕੌੜੇ ਲੱਗਦੇ, ਮੈਨੂੰ ਲਿਆਣ ਕੇ ਦਿਓ ਪਕੌੜੇ, ਕਥਾ ਕਾਹਲੀ ਕਰਨੀ ਅਸੀਂ? ਕਥਾ 'ਚ ਕੀ ਰੱਖਿਆ ਹੁੰਦਾ ਹੈ? ਪਕੌੜੇ ਖਾਓ। ਸੰਗਤ ਵਿੱਚ ਬਹਿ ਕੇ ਲੋਕੀ ਪਕੌੜੇ ਖਾਈ ਜਾਂਦੇ ਨੇ। ਇੱਥੋਂ ਫੇਲ ਹੋ ਗਿਆ ਗੁਰਦੁਆਰਿਆਂ ਦਾ ਸਾਡਾ ਸਿਸਟਮ। ਨਹੀਂ ਨਹੀਂ ਨਹੀਂ, ਸੰਗਤ ਵਿੱਚ ਆਉਣ ਲੱਗਿਆਂ ਰੋਟੀ ਪਾਣੀ ਦਾ ਬੰਦੇਜ ਕਰੋ। ਰੋਟੀ ਖਾ ਕੇ ਨਹੀਂ ਆਉਣਾ, ਪਾਣੀ ਪੀ ਕੇ ਵੀ ਨਹੀਂ ਆਉਣਾ ਸੰਗਤ ਵਿੱਚ ਤਾਂ, ਕਿਉਂਕਿ ਇਹ ਚੀਜ਼ਾਂ ਜਿਹੜੀਆਂ ਆਲਸ ਪੈਦਾ ਕਰਦੀਆਂ ਨੇ। ਹੁਣ ਇਹੋ ਲੋਕੀ ਸਵਾਲ ਕਰਦੇ ਨੇ, ਸੰਗਤ ਵਿੱਚ ਨੀਂਦ ਆਉਂਦੀ ਆ? ਕਿ ਆਉਂਦੀ ਆ ਨੀਂਦ? ਲੰਗਰ ਖਾਧਾ ਹੋਊਗਾ ਕਿ ਆਉਂਦੀ ਆ ਨੀਂਦ? ਇਸ਼ਨਾਨ ਨਹੀਂ ਕੀਤਾ ਹੋਣਾ। अन्न पानी को बंदेज कीजे, आसन को साध लीजे। ते दूसरा तरीका भी संगत जान के कोई कंधा ना ढोआ ला के बैठे होंदे ने। नहीं नहीं, संगत विच ढो ला के नहीं बहना। ना 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 ना, आसन को साध लीजे। इशनान करके आना है, रोटी पानी तो बिना आना है, तो इत्थे आन के चौंकड़ा मार के बहना, ढो ला के नहीं बहना। ते लोकां कोलों ढो ला के चौंकड़ा मार के बैठा नहीं जाता। संगत विच आण के लोकी गुरुद्वारे दी कंधां नाल लगे हुंदे आ। ये सावधान, ते ग्रंथी विचारा पढ़न दिया सावधान, ये कागर ते कोई लत्तां वछा के बैठा हुंदा, कोई ढोआ ला के बैठा हुंदा गुरुद्वारे ते ग्रंथी पढ़न दिंदिया सावधान एकागर चीत। ते लोकी ढोआ ला के बैठे हुंदे ने गुरुद्वारे भी कंधां दे नाल। हुण तां चलो कुर्सियां भी रखतियां लोकां ने गुरुद्वारियां 'च। नहीं नहीं, अन्न पानी को बंदेज कीजे, आसन को साध लीजे, काया को मांज लीजे। पहलों काया नूं मांजो, सिर च पानी पाओ जे नींद आउंदी ते 2-4 बाल्टियां सिर च पा के आओ पानी दियां। पता नहीं महीना हो गया सिर नहाए नूं ते फिर संगत च आ जांदे ने ते फिर इत्थे आण के नींद ही आउणी है। नहीं नहीं, पहलों सिर च पानी पाओ सब तो पहला। काया को मांज लीजे, आसन को साध लीजे। तो फिर आण के सावधान, रीढ़ दी हड्डी है सीधी, इदां बैठो। हाँ आखे हाँ नींद आ जाए किते। जब सिर च पानी पाया होगा, रोटी पानी ना खाधा होगा, तो चौंकड़ा मार के बंदा बैठा होगा इस तरह, फिर नींद कित्थों आ जाऊगी? नहीं नहीं। तो दूसरा, एक तो रोटी नहीं खा के आना जदों संगत विच आउणा, दूसरा पानी पी के नहीं आउणा, तीसरा नहा के आउणा वा। ते इत्थे आण के फिर चौंकड़ा मार के बहना वा, ढो ला के नहीं बहना। ते गादी ना विछाए, ते इत्थे आण के गद्दियां ते नहीं बहना। हुण ते चलो गुरुद्वारे अंदर भी गद्दे रख दिते गए सारियां दे, भी जे कोई बहन की कोशिश करे तां भी ना बह सके कोई। नहीं नहीं, गादी ना विछाए, ना पंकज हथ लाए। एक थले पोला गद्दा नहीं विछाउणा जदों बहना, ते दूसरा ना पंकज पग हलाए, हथ लाए।
ਤੇ ਲੋਕੀ ਸੰਗਤ 'ਚ ਬੈਠੇ ਪੈਰਾਂ ਨੂੰ ਫੜ ਕੇ ਬੈਠੇ ਹੁੰਦੇ ਨੇ, ਗੂਠੇ ਫੜੇ ਹੁੰਦੇ ਨੇ ਪੈਰ। ਸੰਗਤ 'ਚ ਕਈ ਨਹੀਂ ਵੇਖੀਦਾ, ਆਪਣੇ ਹੱਥਾਂ ਨੂੰ ਪੈਰਾਂ ਤੇ ਮਲਦੇ ਹੁੰਦੇ ਆ, ਪੈਰ ਦੇ ਗੂਠੇ ਹੱਥ 'ਚ ਫੜੇ ਹੁੰਦੇ ਸੰਗਤ 'ਚ ਬੈਠੇ ਲੋਕੀ। ਨਾ ਨਾ ਨਾ, ਗਾਦੀ ਨਾ ਵਿਛਾਏ, ਨਾ ਪੱਗ ਹੱਥ ਲਾਏ। ਆਪਣੇ ਹੱਥਾਂ ਨੂੰ ਐ ਤਾਂ ਰੱਖਣਾ ਸਿੱਧਾ ਐ। ਇਹ ਨਹੀਂ ਵੀ ਆਪਣੇ ਹੱਥਾਂ ਦੇ ਨਾਲ ਪੈਰਾਂ ਦੇ ਉੱਤੇ ਮਾਲਿਸ਼ ਕਰੀ ਜਾਵੇ ਸੰਗਤ 'ਚ ਬੈਠਾ। ਨਾ 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 ਨਾ। ਇੱਥੇ ਫਿਰ ਆਣ ਕੇ ਕਰਨਾ ਕੀ ਆ? ਸ਼ਬਦ ਮੇ ਧਿਆਨ ਲਾਏ। ਇੱਥੇ ਆਣ ਕੇ ਗੁਰਦੁਆਰੇ ਇੱਧਰ ਉੱਧਰ ਨਹੀਂ ਵੇਖਣਾ ਵੀ ਚੰਦੋਆ ਕਿੱਦਾਂ ਦਾ ਬੱਧਾ, ਜਗਣੀਆਂ ਬੁਝਣੀਆਂ ਲਾਈਆਂ ਭਾਈ ਨੇ ਕਿ ਨਹੀਂ। ਗੁਰਦੁਆਰੇ ਦੇ ਚੰਦੋਵੇ ਨਾਲ ਲੋਕਾਂ ਨੇ ਜਗਣੀਆਂ ਬੁਝਣੀਆਂ ਲਾਈਆਂ ਹੁੰਦੀਆਂ। ਉਹ ਫਿਰ ਮੇਰੇ ਆਣ ਕੇ ਜਗਣੀਆਂ ਬੁਝਣੀਆਂ ਵੇਂਦੇ ਆ ਵੀ ਕਿੰਨੀਆਂ ਕੁ ਵਾਰੀ ਜਗਦੀ, ਕਿੰਨੀ ਕੁ ਵਾਰੀ ਬੁਝਣ ਦਈ ਹੈ। ਤੇ ਮੁੜ ਕੇ ਜਦੋਂ ਪਟਾਕਾ ਪੈਂਦਾ ਫਿਰ ਚੰਦੋਆ ਸੜ ਜਾਂਦਾ। ਬੜੀ ਸੇਵਾ ਕਰਦੇ ਨੇ ਬਿਜਲੀ ਦੀਆਂ ਤਾਰਾਂ ਪਾਲਕੀ ਨੂੰ ਲਾ ਕੇ ਨਾ ਚੰਦੋਵੇ ਨੂੰ ਲਾ ਦਿੰਦੇ ਨੇ। ਮੁੜ ਕੇ ਪਟਾਕੇ ਪੈਂਦੇ ਨੇ, ਅੱਗ ਲੱਗ ਜਾਂਦੀ ਆ, ਸੜ ਜਾਂਦੇ ਨੇ। ਬੜੀ ਸੇਵਾ ਕਰਦੇ ਮਹਾਨ ਸਿੱਖ ਅੱਜ ਕੱਲ੍ਹ ਦੇ। ਨਹੀਂ 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 ਨਹੀਂ। ਇੱਥੇ ਆਣ ਕੇ ਵੀ ਜਗਣੀਆਂ ਬੁਝਣੀਆਂ ਨਹੀਂ ਵੇਖਣੀਆਂ। ਸ਼ਬਦ ਮੇ ਧਿਆਨ ਲਾਏ। ਜਦੋਂ ਐ ਇਕਾਗਰ ਚਿੱਤ ਹੋ ਕੇ ਗੁਰਦੁਆਰੇ ਕੋਲ ਬਹਿ ਗਿਆ, ਪਹਿਲਾਂ ਤਾਂ ਬਹਿਣਾ ਹੀ ਨਹੀਂ ਆਉਂਦਾ। ਜਿਹੜਾ ਬੰਦਾ ਢੋਲ ਲਾ ਕੇ ਬੈਠਾ ਗੁਰਦੁਆਰੇ ਕੰਧਾਂ ਨੂੰ, ਉਹ ਚਿੱਤ ਨੂੰ ਕਿਵੇਂ ਇਕਾਗਰ ਕਰੇਗਾ? ਉਹ ਤਾਂ ਪਹਿਲੋਂ ਮਰਿਆ ਵਾਂਗੂ ਬੈਠਾ ਹੋਇਆ ਵਾ। ਨਾ 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 ਨਾ, ਗਾਦੀ ਨਾ ਵਿਛਾਏ, ਢੋ ਨਾ ਲਾਏ, ਨਾ ਪੱਗ ਹੱਥ ਲਾਈਏ। ਤੇ ਸ਼ਬਦ ਮੇ ਧਿਆਨ ਲਾਏ। ਇਹ ਨਹੀਂ ਵੀ ਇੱਥੇ ਆਣ ਕੇ ਭਾਈ ਦੇ ਨੁਕਸ ਕੱਢਣੇ ਨੇ, ਗੁਰਦੁਆਰੇ ਦੀ ਜਗਣੀਆਂ ਬੁਝਣੀਆਂ ਵੇਖਣੀਆਂ। ਨਹੀਂ ਨਹੀਂ ਨਹੀਂ। ਸ਼ਬਦ ਮੇ ਧਿਆਨ ਲਾਏ, ਪਰਮ ਪਦ ਪਾਈਐ। ਆਹ ਤਰੀਕਾ ਹੈ ਪਰਮ ਪਦਵੀ ਪਾਉਣ ਦਾ। ਇਹ ਤਰੀਕਾ ਸੰਗਤ ਵਿੱਚ ਬਹਿਣ ਦਾ। ਵੈਰ ਈਰਖਾ ਤਿਆਗ ਸਾਧ ਸੰਗਤ ਸਮਾਈਐ। क्रोध को त्याग शांत की स्वभाव कीजे। ਤੇ ਜਦੋਂ ਤੁਸੀਂ ਸੰਗਤ ਵਿੱਚ ਆਉਣਾ ਵਾ ਤੇ ਇੱਥੇ ਕ੍ਰੋਧੀ ਸੁਭਾਅ ਲੈ ਕੇ ਨਹੀਂ ਆਉਣਾ। ਜਿੱਦਾਂ ਰੋਟੀ ਪਾਣੀ ਨਹੀਂ ਖਾ ਕੇ ਆਉਣਾ, ਨੀਂਦ ਨੂੰ ਲੈ ਕੇ ਨਹੀਂ ਇੱਥੇ ਆਉਣਾ। ਤੇ ਇੱਥੇ ਕ੍ਰੋਧ ਅਵਸਥਾ 'ਚ ਵੀ ਸੰਗਤ ਵਿੱਚ ਨਹੀਂ ਬਹਿਣਾ। ਜਦੋਂ ਸੰਗਤ 'ਚ ਆਉਣਾ ਨਾ ਤੇ ਇਹ ਨਹੀਂ ਵੀ ਝਗੜੇ ਦੀ ਭਾਵਨਾ ਨਾਲ ਨਹੀਂ ਆਉਣਾ। ਇੱਥੇ ਪ੍ਰੇਮ ਭਾਵਨਾ ਆਉਣਾ ਸੰਗਤ ਵਿੱਚ। ਤੇ ਜਦੋਂ ਇਸ ਤਰੀਕੇ ਦੇ ਨਾਲ ਕੋਈ ਪਾਠ ਕਰਦਾ ਹੈ, ਪਾਠ ਕਰਨ ਦਾ ਵੀ ਇਹੋ ਤਰੀਕਾ ਵਾ ਵੀ ਜਦੋਂ ਪਾਠ ਕਰਨਾ ਤਾਂ ਰੋਟੀ ਪਾਣੀ ਨਾ ਖਾਧਾ ਹੋਵੇ। ਅੰਮ੍ਰਿਤ ਵੇਲੇ ਇਸੇ ਕਰਕੇ ਮਹਾਰਾਜ ਨੇ ਸਾਨੂੰ ਹਦਾਇਤ ਕੀਤੀ ਸੀ ਵੀ ਅੰਮ੍ਰਿਤ ਵੇਲੇ ਬੰਦੇ ਦਾ ਪੇਟ ਜਿਹੜਾ ਉਹ ਖਾਲੀ ਹੁੰਦਾ ਹੈ ਤੇ ਕੁਝ ਕੁ ਪਰਸੈਂਟ ਜਿਹੜਾ ਮਨ ਵੀ ਖਾਲੀ ਹੁੰਦਾ ਹੈ ਅੰਮ੍ਰਿਤ ਵੇਲੇ। ਉਸ ਸਮੇਂ ਫਿਰ ਪਾਠ ਕਰੋ, ਉਸ ਸਮੇਂ ਚੌਂਕੜਾ ਮਾਰ ਕੇ ਬੈਠੋ, ਉਸ ਸਮੇਂ ਆਸਣ ਸਾਧ ਕੇ ਬੈਠੋ, ਨਹਾ ਕੇ ਬੈਠੋ। ਸਾਵਧਾਨ ਇਕਾਗਰ ਚੀਤ, ਆਪਣੇ ਗੁਰਸੋਂ ਹੋਵੋ ਸਾਵਧਾਨ, ਤਾਂ ਤੂੰ ਪਾਵੇਂ ਦਰਗੇ ਮਾਨ। ਇਸ ਤਰ੍ਹਾਂ ਮਹਾਰਾਜ ਕਹਿੰਦੇ ਫਿਰ ਹੁਣ ਦੁਨੀਆ ਤੋੜੇ ਬੰਧਨਾ, ਅੰਨ ਪਾਣੀ ਥੋੜਾ ਖਾਇਆ। ਇਹ ਨਹੀਂ ਪੇਟ ਭਰਿਆ ਹੋਵੇ ਤੇ ਤੁਸੀਂ ਸੰਗਤ ਵਿੱਚ ਆਣ ਕੇ ਬਹਿ ਜਾਓ, ਫਿਰ ਬੈਠਾ ਨਹੀਂ ਜਾਣਾ। ਹੁਣ ਤੇ ਚਲੋ ਬਹੁਤਾ ਜਾਈਦਾ ਨਹੀਂ, ਜੇ ਕਿਤੇ ਜਾਈਏ ਵੀ ਸੰਗਤ ਵਿੱਚ ਬਾਹਰ ਅੱਗੇ ਪਿੱਛੇ, ਤੇ ਸੰਗਤ ਕਰਨ ਤੋਂ ਬਾਅਦਾਂ ਭੋਗ ਪੈਣ ਤੋਂ ਬਾਅਦਾਂ ਫਿਰ ਜਲ ਪਾਣੀ ਛਕੀਦਾ ਹੈ। ਤੇ ਜੇ ਜਲ ਪਾਣੀ ਛਕ ਕੇ ਤੁਸੀਂ ਸੰਗਤ 'ਚ ਬਹਿ ਗਏ ਨਾ ਤੇ ਫਿਰ ਤੁਹਾਨੂੰ ਉਹ ਅੰਦਰ ਮਗਰੂੜੀ ਚਾੜ ਦੇਣੀ ਲੰਗਰ ਨੇ, ਤੇ ਬੁੱਧੀ ਨੇ ਕੰਮ ਕਰਨੋਂ ਹਟ ਜਾਣਾ। ਤੁਹਾਨੂੰ ਪਤਾ ਨਹੀਂ ਲੱਗਣਾ ਭਾਈ ਨੇ ਕੀ ਕਿਹਾ ਹੈ। ਤਾਈਓ ਜਿਹੜੇ ਸਿਆਣੇ ਬੰਦੇ ਹੁੰਦੇ ਆ ਨਾ, ਬੁੱਧੀਵਾਨ ਤੇ ਸਿਆਣੇ ਬੰਦੇ ਦੀ ਇੱਕ ਪਰਖ ਹੁੰਦੀ ਆ ਕਿ ਉਹ ਲੰਗਰ ਬਹੁਤ ਘੱਟ ਖਾਂਦਾ ਹੈ। ਜਿਹੜਾ ਮੂਰਖ ਬੰਦਾ ਹੁੰਦਾ ਹੈ ਨਾ, ਬੇਸਮਝ ਬੰਦਾ ਹੁੰਦਾ ਹੈ, ਉਹ ਲੰਗਰ ਬਹੁਤ ਖਾਂਦਾ ਹੈ।
ਜਿਉਂ-ਜਿਉਂ ਅਕਲ ਸਿਆਣੀ ਹੁੰਦੀ ਜਾਏਗੀ ਤੇ ਉਸ ਬੰਦੇ ਦੀ ਇਹ ਨਿਸ਼ਾਨੀ ਹੋਊਗੀ ਕਿ ਲੰਗਰ ਬਹੁਤ ਘੱਟ ਖਾਊਗਾ। ਕਿਉਂਕਿ ਲੰਗਰ ਜਿਹੜੇ ਜਿਹਨਾਂ ਕਹਿੰਦੇ ਜੈਸਾ ਅੰਨ ਵੈਸਾ ਮਨ, ਜੈਸਾ ਦੁੱਧ ਵੈਸੀ ਬੁੱਧ, ਜੈਸਾ ਪਾਣੀ ਵੈਸੀ ਬਾਣੀ। ਤੇ ਸਿਆਣੇ ਬੰਦੇ ਅੰਨ ਪਾਣੀ ਬਹੁਤ ਘੱਟ ਖਾਂਦੇ ਨੇ, ਤੇ ਜਿਨ੍ਹਾਂ ਨੇ ਆਪਣੀ ਅਕਲ ਤੋਂ ਕੰਮ ਲੈਣਾ ਹੈ, ਬੁੱਧੀ ਨੂੰ ਵਰਤਣਾ ਹੈ, ਉਹ ਰੋਟੀ ਪਾਣੀ ਬਹੁਤ ਘੱਟ ਖਾਂਦੇ ਨੇ। ਤੇ ਸੰਗਤ ਵਿੱਚ ਕੋਈ ਪਕੌੜੇ ਵਰਤਾਉਂਦਿਆ ਹੁੰਦਾ, ਕੋਈ ਲੰਗਰ ਵਰਤਾਉਂਦਿਆ ਹੁੰਦਾ, ਵੀ ਜੇ ਇੱਥੇ ਕੋਈ ਆ ਵੀ ਗਿਆ ਤੇ ਉਹ ਇੱਥੋਂ ਹੁਣ ਕੁਝ ਲੈ ਕੇ ਨਾ ਜਾਵੇ, ਬਸ ਲੰਗਰ ਖਾ ਕੇ ਤੁਰ ਜੇ ਘਰ ਨੂੰ। ਨਹੀਂ ਨਹੀਂ, ਸੰਗਤ ਕੀ ਹੈ? ਸੰਗਤ ਇੱਕ ਸਾਧਨਾ ਦਾ ਕੇਂਦਰ ਹੈ। ਇੱਥੇ ਤੁਸੀਂ ਸਾਧਨਾ ਕਰ ਸਕਦੇ ਹੋ। ਸੰਗਤ ਇੱਕ ਸਕੂਲ ਵਾ। ਸਤ ਸੰਗਤ ਸਤਿਗੁਰ ਚਟ ਸਾਲ ਹੈ, ਜਿੱਥੇ ਹਰ ਗੁਣ ਸਿੱਖਾ। ਸੰਗਤ ਕਾ ਗੁਣ ਬਹੁਤ ਅਧਿਕਾਈ। ਮਾਰੇ ਬਾਣੀ ਦਾ ਫੈਸਲਾ ਹੈ ਕਿ ਜੋ ਸੰਗਤ ਵਿੱਚੋਂ ਮਿਲ ਸਕਦਾ ਹੈ, ਇਹ ਅਸੀਂ ਬਿਆਨ ਨਹੀਂ ਕਰ ਸਕਦੇ। ਕਈ ਵਾਰੀ ਵੇਖੀਦਾ ਵੀ ਕਥਾ ਕਰਨ ਜਾਣਾ ਹੁੰਦਾ ਹੈ ਤੇ ਆਖੀਦਾ ਵੀ ਕੀ ਅਰਥ ਕਰਾਂਗੇ ਇਸ ਸ਼ਬਦ ਦਾ। ਤੇ ਜਦੋਂ ਉੱਥੇ ਜਾ ਕੇ ਸੰਗਤ ਵਿੱਚ ਬਹਿ ਜਾਈਦਾ ਤੇ ਕੋਈ ਐਸੀਆਂ ਰੂਹਾਂ ਸੰਗਤ ਵਿੱਚ ਬੈਠੀਆਂ ਹੁੰਦੀਆਂ ਨੇ, ਉਹਨਾਂ ਦਾ ਜਦੋਂ ਦਰਸ਼ਨ ਹੁੰਦਾ ਤੇ ਉਹਨਾਂ ਦੇ ਦਰਸ਼ਨਾਂ ਦੇ ਨਾਲ ਹੀ ਅਕਲ ਕੰਮ ਕਰਨ ਲੱਗ ਪੈਂਦੀ ਹੈ। ਇਹ ਬੜੀ ਵਾਰੀ ਮੈਂ ਵੇਖਿਆ ਪਰਖ ਕੇ ਵੀ ਜੇ ਤਾਂ ਕੋਈ ਸੰਗਤ ਵਿੱਚ ਕੋਈ ਮਹਾਂਪੁਰਖ, ਕੋਈ ਗੁਰੂ ਪਿਆਰ ਵਾਲਾ ਬੈਠਾ ਹੋਵੇ, ਕੋਈ ਗੁਣੀ ਗਿਆਨੀ ਬੈਠਾ ਹੋਵੇ, ਤੇ ਉਹਨੂੰ ਵੇਖਦਿਆਂ ਹੀ ਸਾਡੀ ਅਕਲ ਨੂੰ ਵੀ ਥੋੜ੍ਹੀ ਜਿਹੀ ਸਮਝ ਆ ਜਾਂਦੀ ਹੈ। ਤੇ ਜੇ ਬੈਠੇ ਮੂਰਖ ਹੋਣ ਉੱਥੇ ਵਿਅਕਤੀ, ਅੰਨ ਦੇ ਪੁਜਾਰੀ ਬੈਠੇ ਹੋਣ, ਲੰਗਰ ਪੁਜਾਰੀ ਬੈਠੇ ਹੋਣ ਨਾ, ਫਿਰ ਉੱਥੇ ਕੋਈ ਗੱਲ ਕਰਨ ਨੂੰ ਵੀ ਜੀਅ ਨਹੀਂ ਕਰਦਾ। ਤੇ ਜਿੱਥੇ ਰੱਬ ਦੇ ਪਿਆਰੇ ਬੈਠੇ ਹੋਣ, ਸਿੱਧ ਸਭਾ ਕਰ ਆਸਨ ਬੈਠੇ ਸੰਤ ਸਭਾ ਜੈਕਾਰੋ, ਤਿਸ ਆਗੇ ਰਹਿ ਰਾਸ ਹਮਾਰੀ ਸਾਚਾ ਭਰੇ ਪਾਰ। ਸਿੱਧ ਸਾਧਕ ਜੋਗੀ ਅਰ ਜੰਗਮ, ਪੀਰ ਪੁਰਸ਼ ਬਹੁ ਤੇਰੇ। ਕਥਾ ਕਰਨ ਦਾ ਦੁਨੀਆਦਾਰ ਨਾਲ ਥੋੜਾ ਕੋਈ ਮਜ਼ਾ ਹੁੰਦਾ ਹੈ। ਕੋਈ ਰੱਬ ਦੇ ਪਿਆਰੇ ਬੈਠੇ ਹੋਣ ਤੇ ਉੱਥੇ ਕਥਾ ਕਰਨ ਦਾ ਆਨੰਦ ਆਉਂਦਾ ਹੈ। ਜੋ ਸਿੱਧ ਸਾਧਕ ਜੋਗੀ ਅਰ ਜੰਗਮ, ਪੀਰ ਪੁਰਸ਼ ਬਹੁ ਤੇਰੇ, ਜਿਹੜੇ ਤੇਰੇ ਹੋ ਗਏ ਨੇ। ਜੇ ਤਿੰਨ ਮਿਲਾ ਤਾਂ ਕੀਰਤ ਆਖਾਂ, ਉਹਦੇ ਪਿਆਰਿਆਂ ਨਾਲ ਮਿਲ ਕੇ ਕੋਈ ਕਥਾ ਕਰਨ ਦਾ ਆਨੰਦ ਆਉਂਦਾ ਹੈ। ਕਿਉਂਕਿ ਲੰਗਰ ਦੇ ਪੁਜਾਰੀ ਨਹੀਂ ਹੁੰਦੇ ਉਹ ਸਿਆਲ ਵਿੱਚ ਕੱਚੀਆਂ ਲੱਸੀਆਂ ਨਹੀਂ ਪੀਂਦੇ ਵੀ ਬਾਬੇ ਦੀ ਮਰਜ਼ਾਦਾ ਕੱਚੀ ਲੱਸੀ ਪੀਣੀ ਹੈ। ਇਹ ਪਤਾ ਨਹੀਂ ਕਿੱਥੋਂ ਪੁੱਠੀਆਂ ਰੀਤਾਂ ਲੈ ਕੇ ਗੁਰਦੁਆਰਿਆਂ 'ਚ ਬੈਠੇ ਹੋਏ ਲੋਕ ਨੇ, ਕਮੀਨੇ ਲੋਕ ਨੇ। ਨਹੀਂ 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 ਨਹੀਂ, ਜੇ ਤਿੰਨ ਮਿਲਾ ਤਾਂ ਕੀਰਤ ਆਖਾਂ, ਤਾਂ ਮਨ ਸੇਵ ਕਰੇ। ਮਾਰ ਕਹਿੰਦੇ ਤੂੰ ਸੰਗਤ ਵਿੱਚ ਆ, ਇਹ ਧਰਮਾਪੁਰੀ ਹੈ ਸੰਗਤ। ਇੱਥੇ ਧਰਮ ਕਮਾਇਆ ਜਾ ਸਕਦਾ ਹੈ। ਇੱਥੇ ਬੋਲਣ ਦਾ ਤਰੀਕਾ ਸਿਖਾਇਆ ਜਾਂਦਾ ਹੈ। ਨਾਨਕ ਫਿੱਕੇ ਬੋਲਿਆ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸਦੀਏ, ਫਿੱਕੇ ਫਿੱਕੀ ਸੋਏ, ਫਿੱਕਾ ਦਰਗੇ ਸਟੀਏ। ਸੰਤ ਮੰਡਲ ਤਹਾਂ ਕਾ ਨਾਉ। ਸੰਗਤ ਕਿਸ ਨੂੰ ਤੁਸੀਂ ਕਹਿੰਦੇ ਹੋ? ਕੋਈ ਝੰਡਾ ਫੜ ਕੇ ਤੁਰਿਆ ਜਾਂਦਿਆ ਸੜਕ ਤੇ ਸੰਗਤ ਹੈਗੀ ਹੈ। ਕੋਈ ਚੁੱਲ੍ਹੇ ਪੁੱਟ ਕੇ ਬੈਠਾ ਸੜਕ ਉੱਤੇ ਜੀ ਸੇਵਾ ਕਰਦੇ ਆ। ਕੋਈ ਕਬਜ਼ੇ ਕਰਨ ਨੂੰ ਬੈਠਾ ਹੋਇਆ ਝੰਡਾ ਗੱਡ ਕੇ ਵੀ ਅਸੀਂ ਕਬਜ਼ਾ ਕਰਨਾ ਹੈ। ਕੱਲ੍ਹ ਦੀ ਵੀਡੀਓ ਆਉਣ ਚੱਲਣ ਦਈ ਇੱਕ, ਕਿਤੇ ਅਨਮਤੀਆਂ ਦੇ ਸਥਾਨ 'ਤੇ ਸਾਡਿਆਂ ਨੇ ਝੰਡਾ ਗੱਡ ਦਿੱਤਾ। ਉਹਨਾਂ ਨੇ ਕੱਲ੍ਹ ਦਾ ਪੁੱਟ ਕੇ ਬਾਹਰਾਂ ਮਾਰਿਆ ਸਾਡਾ ਨਿਸ਼ਾਨ ਸਾਹਿਬ, ਆਪਣਾ ਭਗਵਾਂ ਗੱਡਤਾ ਅਗਲਿਆਂ ਨੇ। ਇਹ ਪੰਥ ਕੋਈ ਕਬਜ਼ੇ ਕਰਨ ਵਾਸਤੇ ਕਲਗੀਧਰ ਨੇ ਬਣਾਇਆ ਸੀ ਵੀ ਤੁਸੀਂ ਜਗ੍ਹਾ ਉੱਤੇ ਕੁੰਬੜੀਆਂ 'ਤੇ ਕਬਜ਼ਾ ਕਰਕੇ ਬਹਿ ਗਿਆ, ਫੌਜਾਂ ਬਹਿ ਗਈਆਂ, ਹੁਣ ਨਹੀਂ ਉੱਠਣੀਆਂ। ਲਓ, ਇਹ ਫੌਜਾਂ ਕਲਗੀਧਰ ਨੇ ਕਬਜ਼ੇ ਕਰਨ ਵਾਸਤੇ ਬਣਾਈਆਂ ਸਨ। ਇਹ ਤੇ ਉਸ ਵਾਸਤੇ ਬਣਾਈਆਂ ਸੀ ਜਿੱਥੇ ਬੇਇਨਸਾਫੀ ਹੁੰਦੀ ਹੋਏ, ਤੇ ਉੱਥੇ ਤੁਸੀਂ ਜਾ ਕੇ ਕੋਸ਼ਿਸ਼ ਕਰਿਓ ਜੀ। ਹਾਂਜੀ, ਅੱਜ ਦਿੱਲੀ ਦੀ ਇੱਕ ਘਟਨਾ ਹੀ ਵੇਖ ਲਓ। ਉਹ ਜਿਹੜੀ ਕੁੜੀ ਦਾ ਕੇਸ ਸਾਹਮਣੇ ਆਇਆ ਹੈ,
ਕਿ ਕੁੜੀ ਨੂੰ ਕਿਸੇ ਵੱਲੋਂ ਕੁੱਟਿਆ ਗਿਆ, ਉਹਦੇ ਵਾਲ ਕੱਟੇ ਗਏ, ਉਹਦਾ ਮੂੰਹ ਕਾਲਾ ਕੀਤਾ ਗਿਆ, ਉਹਦੇ ਗਲ 'ਚ ਛਿੱਤਰਾਂ ਦੇ ਹਾਰ ਪਾਏ ਗਏ, ਤੇ ਸਾਡੇ ਇੱਥੋਂ ਤੁਰ ਗਏ ਉਹਨੂੰ। ਅਸਲੀ ਨਿਹੰਗ ਨਹੀਂ ਜਾਂਦੇ, ਇਹ ਨਕਲੀ ਹੁੰਦੇ ਨੇ। ਅਸਲੀ ਨਿਹੰਗ ਨੇ ਬਾਬਾ ਦਇਆ ਸਿੰਘ ਜੀ ਸੁਰ ਸਿੰਘ ਵਾਲੇ। ਆਖਾਂ ਕਿਸੇ ਨੂੰ ਕੋਈ ਕੌੜਾ ਬੋਲ ਸਕਣ, ਉਹਨਾਂ ਬੋਲਿਆ ਹੋਵੇ ਜ਼ਿੰਦਗੀ ਵਿੱਚ। ਅਸਲੀ ਨਿਹੰਗ ਜਿਹੜੇ ਨੇ ਬਾਬਾ ਦਇਆ ਸਿੰਘ ਜੀ ਵਰਗੇ ਮਹਾਂਪੁਰਖ, ਉਹਨਾਂ ਨੇ ਜ਼ਿੰਦਗੀ 'ਚ ਕਿਸੇ ਨੂੰ ਕੌੜਾ ਬਚਨ ਨਹੀਂ ਕਿਹਾ। ਅਸਲੀ ਨਿਹੰਗਾਂ ਦੀ ਨਿਸ਼ਾਨੀ ਹੁੰਦੀ ਹੈ। ਇੱਕ ਵਾਰੀ ਬਾਬਾ ਦਇਆ ਸਿੰਘ ਜੀ ਹੋਰਾਂ ਕੋਲ ਕੋਈ ਚਲ ਗਿਆ, ਕਹਿਣ ਲੱਗਾ, ਬਾਬਾ ਜੀ ਆ ਤੁਹਾਡੇ ਖਿਲਾਫ ਕਿਸੇ ਨੇ ਗੱਲਾਂ ਲਿਖੀਆਂ ਨੇ ਕਿਤਾਬ ਦੇ ਵਿੱਚ। ਤੇ ਮਹਾਂਪੁਰਖ ਕਹਿਣ ਲੱਗੇ, ਜਿੰਨਾ ਹਨੇਰਾ ਹੋਊਗਾ ਤਾਰੇ ਓਨੇ ਹੀ ਚਮਕਦੇ ਨੇ। ਤਾਰਿਆਂ ਦੀ ਹੋਂਦ ਹਨੇਰਿਆਂ ਕਰਕੇ ਹੀ ਆ। ਇਹ ਜਿੰਨੀ ਮਹਾਂਪੁਰਖਾਂ ਦੀ ਲੋਕ ਨਿੰਦਾ ਕਰਨਗੇ, ਮਹਾਂਪੁਰਖ ਓਨੀ ਚੜ੍ਹਦੀ ਕਲਾ 'ਚ ਜਾਂਦੇ ਨੇ। ਹਨੇਰਾ ਜਿੰਨਾ ਹੋਊਗਾ ਤਾਰੇ ਓਨੇ ਹੀ ਚਮਕਦੇ ਹੁੰਦੇ ਨੇ। ਤੇ ਨਹੀਂ ਤੇ ਕਹਿੰਦੇ ਲਿਆਓ ਗੋਲੀ ਮਾਰ ਗਏ ਉਹਨੂੰ ਜਿਹਨੇ ਸਾਡੇ ਵਰਖਲਾਫ ਲਿਖਿਆ। ਨਹੀਂ ਨਹੀਂ, ਅਸਲੀ ਨਿਹੰਗ ਨਹੀਂ ਕਿਸੇ ਨੂੰ ਕੁਛ ਕਹਿੰਦੇ। ਬਾਬੇ ਬਕਾਲੇ ਵਾਲੇ ਨੇ, ਮਹਾਂਪੁਰਖ ਨੇ, ਬਾਬਾ ਬੇਸਨ ਸਿੰਘ ਤੋਂ ਗਾਂ ਚੱਲੀ ਆਈ ਪਰੰਪਰਾ ਜਿਹੜੀ। ਇਹ ਜਿਹੜੇ ਡਾਂਗਾਂ ਲੈ ਕੇ ਤੇ ਕਿਰਪਾਨਾਂ ਲੈ ਕੇ ਬਿਨਾਂ ਮਤਲਬ ਤੋਂ ਜਾਂਦੇ ਨੇ ਕਿਤੇ ਜਗ੍ਹਾ ਤੇ, ਇਹ ਨਕਲੀ ਨਿਹੰਗ ਨੇ। ਅਸਲੀ ਤੇ ਆਪਣੇ ਬੰਦਗੀਆਂ ਕਰਦੇ ਨੇ, ਸਥਾਨਾਂ ਤੇ ਬੈਠੇ ਹੋਏ, ਪੜਾਵਾਂ ਤੇ ਬੈਠੇ ਹੋਏ ਨੇ। 1 ਵਜੇ ਰਾਤ ਉੱਠ ਪੈਂਦੇ ਨੇ, ਇਸ਼ਨਾਨ ਕਰਦੇ ਨੇ, ਨਿਤਨੇਮ ਕਰਦੇ ਨੇ। ਅਸਲੀ ਨਿਹੰਗ। ਇਹ ਨਕਲੀ ਨਿਹੰਗ ਜਿਹੜੇ ਦਿਹਾੜੀਆਂ ਕਰਨ ਤੋਂ ਬਚੇ ਹੋਏ ਨੇ, ਕਿਰਪਾਨਾਂ ਫੜੀਆਂ ਹੋਈਆਂ ਇਹਨਾਂ ਨੇ, ਉਹ ਫਿਰ ਤਾਂ ਉਪੱਦਰ ਕਰਦੇ ਨੇ। ਮੈਂ ਕੱਲ ਵੀ ਲਿਖਿਆ ਸੀ ਵੀ ਇਸ ਕੁੜੀ ਨੂੰ, ਜਿਸ ਕੁੜੀ ਨੂੰ ਦਿੱਲੀ ਕੁੱਟਿਆ ਗਿਆ, ਉਹਦੇ ਵਾਲ ਕੱਟੇ ਗਏ, ਮੂੰਹ ਕਾਲਾ ਕੀਤਾ ਗਿਆ, ਛਿੱਤਰਾਂ ਦੇ ਹਾਰ ਪਾਏ ਗਏ, ਤੇ ਉਸ ਕੁੜੀ ਤੋਂ ਦੁਖੀ ਹੋ ਕੇ ਜਿਸ ਪਰਿਵਾਰ ਨੇ ਕੁੜੀ ਨੂੰ ਕੁੱਟਿਆ, ਉਹਨਾਂ ਦੇ ਮੁੰਡੇ ਨੇ ਆਤਮ ਹੱਤਿਆ ਕੀਤੀ ਆ। ਉਹਨਾਂ ਦਾ ਮੁੰਡਾ ਮਾਰਿਆ ਇਸ ਕੁੜੀ ਨੇ, ਨੌਜਵਾਨ। ਤੇ ਜਿਹਦਾ ਪੁੱਤਰ ਨੌਜਵਾਨ ਮਰ ਗਿਆ ਹੋਵੇ ਕਿਸੇ ਕੁੜੀ ਤੋਂ ਦੁਖੀ ਹੋ ਕੇ, ਉਹ ਕੁੜੀ ਵਾਲਿਆਂ ਨੇ, ਉਹ ਮੁੰਡੇ ਵਾਲਿਆਂ ਨੇ ਫਿਰ ਕੁੜੀ ਨੂੰ ਕੁੱਟ ਦਿੱਤਾ। ਤੇ ਸਾਡੇ ਉੱਥੇ ਜਾ ਕੇ ਕਿਰਪਾਨਾਂ ਲੈ ਕੇ ਚਲ ਗਏ, ਅਸੀਂ ਜਿਉਂਦੇ ਹਾਂ, ਅਸੀਂ ਬਦਲਾ ਲਵਾਂਗੇ। ਪਤਾ ਨਹੀਂ ਕਿਹੜਾ ਬਦਲਾ ਲੈਣਾ ਚਾਹੁੰਦੇ ਨੇ ਇਹ ਲੋਕ ਨੇ। ਇਹ ਨਹੀਂ ਆਖਿਆ ਵੀ ਕੁੜੀ ਗਲਤ ਸੀ, ਉਹਨਾਂ ਦਾ ਮੁੰਡਾ ਮਰ ਗਿਆ, ਉਹਨਾਂ ਦੇ ਪੱਖ 'ਚ ਨਹੀਂ ਬੋਲੇ, ਕੁੜੀ ਵਾਲਿਆਂ ਦੇ ਪੱਖ 'ਚ ਬੋਲੇ। ਉਸ ਮੁੰਡੇ ਵਾਲਿਆਂ ਦੇ ਘਰ ਦੇ ਬਾਹਰ ਲਿਖ ਕੇ ਆਇਆ ਕਿ ਸਿੱਖ ਕੌਮ ਜਿਉਂਦੀ ਆ। ਉਹ ਸਿੱਖ ਕੌਮ ਇੰਨੀਆਂ ਨਕੰਮਾ, ਇਹ ਸਿੱਖ ਕੌਮ ਜਿਹੜੀ ਹੈ ਇਹੋ ਜਿਹੇ ਨਕੰਮੇ ਕੰਮ ਕਰਦੀ ਆ। ਦਿੱਲੀ ਸ਼ਹਿਰ ਦੁਨੀਆ ਦੇ ਸਭ ਤੋਂ ਗੰਦਾ ਸ਼ਹਿਰ ਹੈ। ਉੱਥੇ ਘਰ ਘਰ ਦੇ 'ਚ ਦੇਹ ਵਪਾਰ ਚੱਲਣ ਦਿਆ, ਉੱਥੇ ਘਰ ਘਰ ਵਿੱਚ ਨਸ਼ਾ ਵਿਕਣ ਦਿਆ। ਤੇ ਸਿੱਖ ਕੌਮ ਇਹਨਾਂ ਦੇਹ ਵਪਾਰ ਦੇ ਅੱਡਿਆਂ ਤੇ ਜਾ ਕੇ ਹੁਣ ਲੜਾਈਆਂ ਲੜੂਗੀ ਹੈ। ਉੱਥੇ ਜਿਹੜੇ ਹਜ਼ਾਰਾਂ ਘਰ ਨੇ ਜਿਹੜੇ ਉਹ ਦੇਹ ਵਪਾਰ ਦਾ ਧੰਦਾ ਕਰਦੇ ਨੇ। ਇਹ ਮਹੱਲਾ ਜਿੱਥੇ ਘਟਨਾ ਵਾਪਰੀ ਹੈ, ਇੱਥੇ ਨਸ਼ਾ ਚੱਲਦਾ ਹੈ। ਤੇ ਉੱਥੇ ਲਿਖ ਕੇ ਆ ਜਾਣਾ ਕਿ ਸਿੱਖ ਕੌਮ ਜੀਂਦੀ ਆ ਤੇ ਬਦਲਾ ਲਊਗੀ। ਇਹ ਕੌਮ ਨੂੰ ਕਲੰਕਿਤ ਕਰਨ ਲੱਗੇ ਹੋਏ ਲੋਕ ਨੇ। ਸਿੱਖ ਕੌਮ ਇਹੋ ਜਿਹੀਆਂ ਨਕੰਮੀਆਂ ਕੰਮਾਂ ਵਾਸਤੇ ਲੱਗੀ ਹੋਈ। ਇਹ ਸਿੱਖ ਕੌਮ ਦਾ ਇਹ ਮਿਸ਼ਨ ਹੈ, ਇਹ ਨਿਸ਼ਾਨਾ ਹੈ ਸਿੱਖ ਕੌਮ ਦਾ। ਇਹ ਕਾਨੂੰਨੀ ਕਾਰਵਾਈਆਂ ਉੱਥੇ ਚੱਲਣਗੀਆਂ, ਆਪੇ ਉਹ ਕਰਨਗੇ। ਕਿ ਸਾਨੂੰ ਕੀ ਲੋੜ ਪੈ ਗਈ ਉੱਥੇ ਜਾ ਕੇ ਧਮਕੀਆਂ ਦੇਣ ਦੀ ਉਹਨਾਂ ਲੋਕਾਂ ਨੂੰ? ਸਾਨੂੰ ਕੀ ਲੋੜ ਪੈ ਗਈ ਉਹਨਾਂ ਦੇ ਪੱਖ 'ਚ ਖਲੋਣ ਦੀ? ਕੁੜੀ ਨੇ ਮੁੰਡਾ ਮਰਵਾਇਆ ਤੇ ਮੁੰਡੇ ਵਾਲਿਆਂ ਨੇ ਕੁੜੀ ਨੂੰ ਕੁੱਟ ਛੱਡਿਆ। ਗੱਲ ਤੇ ਆਹ ਸੀ। ਨਹੀਂ, ਰੱਬ ਖੈਰ ਕਰੇ। ਤੇ ਮਹਾਰਾਜ ਕਹਿੰਦੇ ਭਾਈ ਫਿਰ ਜੇ ਤੁਸੀਂ ਸੰਗਤ ਵਿੱਚ ਆਉਣਾ ਤੇ ਇਸ ਤਰੀਕੇ ਨਾਲ ਆਓ, ਲੜਾਈ ਝਗੜੇ ਦੀ ਭਾਵਨਾ ਨਾਲ ਨਾ ਆਓ, ਅੰਨ ਖਾ ਕੇ ਨਾ ਆਓ, ਨਹਾਉਣ ਤੋਂ ਬਿਨਾਂ ਸੰਗਤ ਵਿੱਚ ਨਹੀਂ ਆਉਣਾ, ਇਸ਼ਨਾਨ ਕਰਕੇ ਆਓ, ਖਾ ਕੇ ਨਹੀਂ ਆਉਣਾ, ਪੀ ਕੇ ਨਹੀਂ ਆਉਣਾ, ਢੋਲ ਆ ਕੇ ਨਹੀਂ ਬਹਿਣਾ। ਬੜੇ ਤਰੀਕੇ ਨੇ ਮਹਾਰਾਜ ਸੰਗਤ 'ਚ ਆਉਣ ਦੇ ਦੱਸੇ ਨੇ। ਤੇ ਮਹਾਰਾਜ ਕਿਰਪਾ ਕਰ, ਸੱਚੇ ਪਾਤਸ਼ਾਹ ਰਹਿਮਤਾਂ ਕਰਨ ਕਿ ਸੰਗਤ ਤੋਂ ਬਿਨਾਂ ਧਰਮ ਕਮਾਇਆ ਨਹੀਂ ਜਾਣਾ। ਤੇ ਸੰਗਤ ਵਿੱਚ ਕੋਈ ਆਉਂਦਾ ਹੀ ਨਹੀਂ ਗਾ। ਫੇਸਬੁੱਕ 'ਤੇ ਮੇਰੇ ਵਾਂਗ ਬੈਠਾ ਕੋਈ ਬੜੀਆਂ ਟਾਰਾਂ ਪਿਆ ਮਾਰਦਾ, ਗੱਲਾਂ ਪਿਆ ਕਰਦਾ। ਰੱਬ ਖੈਰ ਕਰੇ ਭਾਈ। ਮੈਂ ਇੱਕ ਗੱਲ ਕਹਿ ਦਿਆਂ,
ਆ ਜਿਹੜੀ ਦਿੱਲੀ ਘਟਨਾ ਹੋਈ ਆ ਤੇ ਸਾਡੇ ਡਾਂਗਾਂ ਚੁੱਕੀ ਫਿਰਦੇ ਨੇ, ਇਹ ਕੋਈ ਕੌਮੀ ਮਸਲਾ ਨਹੀਂ ਹੈ, ਧਰਮ ਦਾ ਮਸਲਾ ਨਹੀਂ ਹੈ, ਤੇ ਨਾ ਇਸ ਨੂੰ ਧਰਮ ਦਾ ਮਸਲਾ ਬਣਾਇਆ ਜਾਵੇ। ਇਹ ਘਰੇਲੂ ਝਗੜਾ ਹੈ। ਮੁੰਡੇ ਵਾਲਿਆਂ ਨੇ, ਮੁੰਡਾ ਮਰ ਗਿਆ ਉਹਨਾਂ ਦਾ, ਤੇ ਉਹਨਾਂ ਨੇ ਕੁੜੀ ਕੁੱਟ ਦਿੱਤੀ, ਕਿਉਂਕਿ ਕੁੜੀ ਤੋਂ ਦੁਖੀ ਹੋ ਕੇ ਮੁੰਡੇ ਨੇ ਆਤਮ ਹੱਤਿਆ ਕਰ ਲਈ ਆ। ਤੇ ਇਹਨੂੰ ਇੱਕ ਧਰਮ ਦਾ ਮਸਲਾ ਬਣਾ ਕੇ ਤੇ ਉੱਥੇ ਲਿਖ ਕੇ ਆਉਣਾ ਕਿ ਸਿੱਖ ਕੌਮ ਜਿਉਂਦੀ ਬਦਲਾ ਲਊਗੀ। ਕਿੰਨਾ ਕੋ ਬਦਲਾ ਲੈਣਾ ਚਾਹੁੰਦੇ ਤੁਸੀਂ? ਇਹ ਨਸ਼ੇੜੀਆਂ ਕੋਲ ਬਦਲਾ ਲੈਣਾ ਚਾਹੁੰਦੇ ਹੋ ਤੁਸੀਂ? ਨਹੀਂ ਨਹੀਂ, ਇਹ ਨਕੰਮੇ ਤੇ ਵਿਹਲੇ ਲੋਕ ਨੇ ਤੇ ਸਾਰੀ ਕੌਮ ਨੂੰ ਇਹ ਬਰਬਾਦ ਬਦਨਾਮ ਪਏ ਕਰਦੇ ਨੇ। ਨਹੀਂ ਨਹੀਂ, ਨਕਲੀ ਨੇ, ਅਸਲੀ ਨਿਹੰਗ ਨਹੀਂ ਨੇ, ਨਕਲੀ ਨੇ। ਤੇ ਮਾਰ ਕਿਰਪਾ ਕਰਨ ਸੱਚੇ ਪਾਤਸ਼ਾਹ, ਰਹਿਮਤਾਂ ਬਖਸ਼ਾਂ ਕਰਨ। ਸੰਗਤ ਵਿੱਚ ਆਓ ਭਾਈ, ਸੰਗਤ ਤੋਂ ਬਿਨਾਂ ਧਰਮ ਨਹੀਂ ਕਮਾਇਆ ਜਾਣਾ। ਤੇ ਜੇ ਇੱਥੇ ਕੋਈ ਆ ਜਾਂਦਾ ਉਹਦੇ ਕੋਲ ਬੈਠਾ ਨਹੀਂ ਜਾਂਦਾ। ਕਹਿਣਗੇ ਬਾਬਾ ਜੀ ਤੁਸੀਂ ਭੋਗ ਪਾ ਦਿਓ। ਭੋਗ ਤੇ ਪਹਿਲੋਂ ਹੀ ਪਿਆ ਹੋਇਆ, ਪਾਉਣਾ ਕੀ ਆ ਹੁਣ ਭੋਗ? ਭੋਗ ਤੇ ਪਹਿਲਾਂ ਹੀ ਪਿਆ ਹੋਇਆ, ਇੱਥੇ ਪਾਉਣਾ ਕੀ ਭੋਗ? ਨਹੀਂ ਨਹੀਂ, ਭੋਗ ਨਾ ਪਾ ਦਿਓ ਜੇ। ਭੋਗ ਤੇ ਬੜੀ ਮਾੜੀ ਚੀਜ਼ ਹੁੰਦੀ। ਭੋਗ ਪੈ ਗਿਆ, ਫਲਾਣੇ ਬੁੱਢੇ ਦਾ ਭੋਗ ਪੈ ਗਿਆ ਜੀ। ਭੋਗ ਤੇ ਮਰਿਆਂ ਦੇ ਪੈਂਦੇ ਹੁੰਦੇ, ਭੋਗ ਨਹੀਂ ਪਾਉਣਾ ਆਪਾਂ, ਇੱਥੇ ਬਹਿਣਾ ਵਾ। ਰੱਬ ਖੈਰ ਕਰੇ, ਸੱਚੇ ਪਾਤਸ਼ਾਹ ਰਹਿਮਤਾਂ ਕਰਨ। ਗੁਰੂ ਨਾਨਕ ਸਾਹਿਬ ਦਾ ਇੱਕ ਬਚਨ ਕਹਿ ਕੇ ਸਮਾਪਤੀ ਹੈ। ਤਦੇ ਧਰਮ ਧਰੇ ਧਰਨਾਪੁਰ, ਗੁਣਕਾਰੀ ਮਨ ਤੀਰਾ। ਬੰਦਿਆ ਜੇ ਧਰਮ ਕਮਾਉਣਾ ਹੈ, ਧਰਮਸ਼ਾਲਾ ਵਿੱਚ ਆ। ਇੱਥੇ ਜੇ ਮੇਰੇ ਵਰਗਾ ਕੋਈ ਲੜਨ ਵਾਲਾ ਬੈਠਾ ਹੋਊਗਾ, ਈਰਖਾਲੂ ਬੈਠਾ ਹੋਊਗਾ, ਜੇ ਗੁਰਦੁਆਰਿਆਂ 'ਚ ਕੋਈ ਲੋਕੀ ਬੈਠ ਕੇ ਲੜਨਗੇ, ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਫਿਰ ਜੇ ਨਦੀ ਵਿੱਚ ਕੋਈ ਅੱਗ ਲੱਗੀ ਹੋਊਗੀ ਤੇ ਫਿਰ ਬਚਾਅ ਕਿੱਥੋਂ ਹੋਊਗਾ? ਕੋਈ ਰਾਜੇ ਦੀ ਸ਼ਰਨ ਗਿਆ ਵੀ ਮੈਨੂੰ ਬਚਾ ਲਓ, ਤੇ ਰਾਜਾ ਹੀ ਫੜ ਕੇ ਉਹਨੂੰ ਮਾਰ ਦੇਵੇ। ਹਾਂਜੀ, ਤੇ ਕੋਈ ਗੁਰਦੁਆਰੇ ਸੰਗਤ ਵਿੱਚ ਆ ਗਿਆ ਵੀ ਚਲੋ ਉੱਥੇ ਜਾ ਕੇ ਕੋਈ ਸ਼ਾਂਤੀ ਪ੍ਰਾਪਤ ਕਰਦੇ ਹਾਂ, ਤੇ ਇੱਥੇ ਡੰਡੇ ਲੈ ਕੇ ਬੈਠੇ ਹੋਏ ਹਾਂ ਅਸੀਂ ਗੁਰਦੁਆਰਿਆਂ 'ਚ ਵੀ। ਇਹ ਗੁਰਦੁਆਰੇ ਕੋਈ ਡੰਡਿਆਂ ਦਾ ਮਤਲਬ ਥੋੜ੍ਹਾ ਕੀ। ਰੱਬ ਖੈਰ ਕਰੇ, ਰਹਿਮਤਾਂ ਬਖਸ਼ਾਂ ਕਰਨ। ਸੰਗਤ ਕਾ ਗੁਣ ਬਹੁਤ ਅਧਿਕਾਈ, ਪੜ ਸੂਆ ਗਣਕ ਉਤਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।